ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib Path with meaning, pronunciation, punctuation and examples. ਸੋ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਵਾਸਤੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, पूर्ण विश्राम। अल्प विश्राम means a short pause. Ardh Vishram means a slightly longer pause. Then Alp Vishram. Purna Vishram means full stop. ਅਤੇ ਜੋ ਅਸੀਂ ਗੁਰਬਾਣੀ ਦੇ ਅਰਥ ਕਰਦੇ ਹਾਂ, ਉਹ ਅਸੀਂ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਮੁਤਾਬਕ, ਫਰੀਦਕੋਟ ਵਾਲੇ ਟੀਕੇ ਦੇ ਮੁਤਾਬਕ ਤੇ ਅਮੀਰ ਭੰਡਾਰ ਜੋ ਗ੍ਰੰਥ ਸੰਤ ਕਿਰਪਾਲ ਸਿੰਘ ਜੀ ਦਾ ਲਿਖੇ ਹੋਏ ਉਸ ਦੇ ਮੁਤਾਬਕ ਇਹ ਮੇਨ ਰੈਫਰੈਂਸ ਹੈ। ਅਤੇ ਹੋਰ ਭਾਈ ਵੀਰ ਸਿੰਘ ਜੀ ਦਾ ਜੋ ਗੁਰੂ ਗ੍ਰੰਥ ਸਾਹਿਬ ਕੋਸ਼ ਹੈ, ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋਮੀਡੀਆ ਅਤੇ ਹੋਰ ਮਹਾਨ ਵਿਦਵਾਨਾਂ ਸਤਿਪੁਰਖਾਂ ਦੇ ਵਿਚਾਰਾਂ ਨੂੰ ਲੈ ਕੇ ਇਹ ਅਰਥ ਕਰਦੇ ਹਾਂ ਆਪਾਂ। ਸੋ ਇਹ ਅਸੀਂ ਹਰ ਚੈਪਟਰ ਦੇ ਵਿੱਚ ਵਾਰ-ਵਾਰ ਇਹ ਦੋ ਤਿੰਨ ਗੱਲਾਂ ਰਿਪੀਟ ਕਰਦੇ ਹਾਂ। ਇੱਕ ਤਾਂ ਜਿਹੜੇ ਆਪਣੇ ਵਿਸ਼ਰਾਮ ਹਨ ਇਹਨਾਂ ਬਾਰੇ, ਇੱਕ ਉਚਾਰਨ, ਵਿਸ਼ਰਾਮ ਤੇ ਪ੍ਰੋਨਾਂਸੀਏਸ਼ਨ ਵਗੈਰਾ ਇਹਨਾਂ ਬਾਰੇ, ਇੱਕ ਇਹਦੀ ਟ੍ਰਾਂਸਲੇਸ਼ਨ ਬਾਰੇ ਰੈਫਰੈਂਸ ਕਿੰਨਾ ਦੀ ਦਿੰਦੇ ਆ। ਹਰ ਵਾਰ ਕਹਿੰਦੇ ਆ, ਇਸ ਦਾ ਮਤਲਬ ਬੋਰ ਹੋਣ ਵਾਲੀ ਗੱਲ ਨਹੀਂ ਹੈ। ਇਹ ਅਸੀਂ ਤਾਂ ਹੀ ਦਿੰਦੇ ਵੀ ਤਾਂ ਕਿ ਇਹ ਜਿਹੜੀਆਂ ਤਿੰਨ ਗੱਲਾਂ ਵੀ ਰੈਫਰੈਂਸ ਕਿਹਦੀ ਲਈ ਹੈ, ਵਿਸ਼ਰਾਮ ਕਿਹੜੇ ਹੁੰਦੇ ਹਨ, ਤਾਂ ਉਹ ਵਾਰ-ਵਾਰ ਸਾਨੂੰ ਕਿਸੇ ਹੋਰ ਚੈਪਟਰ 'ਚ ਜਾ ਕੇ ਲੱਭਣ ਦੀ ਕੋਸ਼ਿਸ਼ ਨਾ ਕਰਨੀ ਪਵੇ। ਤਾਂ ਅਸੀਂ ਹਰ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਇਹ ਤਿੰਨ ਗੱਲਾਂ ਰਿਪੀਟ ਕਰ ਦਿੰਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 35 ਪੌੜੀਆਂ ਸਰਵਣ ਕਰ ਚੁੱਕੇ ਹਾਂ। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀਆਂ 35 ਪੌੜੀਜ਼ ਕੰਪਲੀਟ ਕਰ ਚੁੱਕੇ ਹਾਂ। ਸੋ ਹੁਣ ਜਿਹੜੇ ਇਹਨਾਂ ਪੌੜੀਆਂ ਦੇ ਵਿੱਚ ਵਿਚਾਰ ਚੱਲਦੀ ਹੈ, 5 ਖੰਡਾਂ ਦੀ ਵਿਚਾਰ ਚੱਲ ਰਹੀ ਹੈ। ਚੈਪਟਰ ਜਿਹੜੇ ਹੈਗੇ ਹੁਣ ਚੱਲ ਰਹੇ, 5 ਖੰਡਾਂ ਦਾ ਚੈਪਟਰ ਚੱਲ ਰਿਹਾ। ਅਸੀਂ ਇਸ ਤੋਂ ਪਹਿਲਾਂ 2 ਖੰਡਾਂ ਦੀ ਗੱਲ ਕੀਤੀ, ਧਰਮ ਖੰਡ ਤੇ ਗਿਆਨ ਖੰਡ। ਧਰਮ ਖੰਡ ਤੇ ਗਿਆਨ ਖੰਡ 2 ਖੰਡਾਂ ਦੀ ਗੱਲ ਕੀਤੀ ਹੈ 35ਵੀਂ ਪੌੜੀ ਤੱਕ। ਹੁਣ 36ਵੀਂ ਪੌੜੀ ਸ਼ੁਰੂ ਕਰਨ ਲੱਗੇ ਹਾਂ। ਤਾਂ ਇਹਦੇ ਵਿੱਚ ਅੱਗੇ ਸਰਮਖੰਡ ਸਟਾਰਟ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਇੱਕ ਹੁਣ 36ਵੀਂ ਪੌੜੀ ਦੀ ਸਟਾਰਟਿੰਗ ਦੇ ਵਿੱਚ ਪੌੜੀ ਬਚਨ ਆਉਣਾ, ਗਿਆਨ ਖੰਡ ਬਾਰੇ 2 ਪੰਕਤੀਆਂ ਆਉਣਗੀਆਂ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇਹ ਜੋ ਅਵਸਥਾ ਹੈਗੀ ਆ, ਇਹ ਗਿਆਨ ਤੋਂ ਥੋੜੀ ਜਿਹੀ ਉੱਪਰ ਦੀ ਅਵਸਥਾ ਹੈ। ਜਦੋਂ ਗਿਆਨ ਹੋ ਜਾਂਦਾ ਹੈ ਤੇ ਉਸ ਤੋਂ ਅੱਗੇ ਦੀ ਅਵਸਥਾ ਹੈ ਪ੍ਰਚੰਡ ਗਿਆਨ, ਜਿਹੜਾ ਉਹ ਹੈਗੀ ਬ੍ਰਹਮ ਗਿਆਨ ਦੀ ਅਵਸਥਾ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ। ਮੈਂ 36ਵੀਂ ਪੌੜੀ ਸ਼ੁਰੂ ਕਰਦੇ ਹਾਂ। 35ਵੀਂ ਪੌੜੀ ਕੰਪਲੀਟ ਹੋ ਗਈ ਹੈ।
ਸੋ ਇਹ ਜੋ ਪੌੜੀ ਹੈ ਬਹੁਤ ਤੇਜ ਗਿਆਨ ਵਾਲੇ ਪੁਰਸ਼ਾਂ ਦੀ ਆਤਮਿਕ ਅਵਸਥਾ ਦੀ ਹੈ। ਇਹ ਦੋ ਪੰਕਤੀਆਂ ਵਾਲੀ ਅਵਸਥਾ ਪੂਰਨ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਮੰਨੀ ਗਈ ਹੈ। ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਪਾਰੋ ਜੀ, ਭਾਈ ਰਾਮ ਕੋਇਰ ਜੀ ਅਤੇ ਹੋਰ ਸਿੱਖ ਇਤਿਹਾਸ ਦੇ ਬਹੁਤ ਪਹੁੰਚੇ ਹੋਏ ਸਤਿਪੁਰਖ ਗੁਰਸਿੱਖ ਪਿਆਰਿਆਂ ਦੀ ਹੈ। ਆਪਾਂ ਮਤਲਬ ਇਹਨਾਂ ਪੌੜੀਆਂ ਦੇ ਅਰਥਾਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰ ਸਕਦੇ ਹਾਂ, ਇਹਨਾਂ ਦੀਆਂ ਅਵਸਥਾਵਾਂ ਨੂੰ। ਸੋ ਆਪਾਂ ਸ਼ੁਰੂ ਕਰੀਏ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਇਸ ਪੰਕਤੀ ਦੇ ਵਿੱਚ ਇੱਕ ਵਿਸ਼ਰਾਮ ਆਉਂਦਾ ਹੈ। ਗਿਆਨ ਖੰਡ ਮਹਿ ਵਿਸ਼ਰਾਮ, ਗਿਆਨ ਪ੍ਰਚੰਡ ਉਚਾਰਨ ਠੀਕ ਹੈ। ਬਸ ਗਿਆਨ ਖੰਡ ਮੈਂ ਨਹੀਂ ਕਹਿਣਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਐ ਨਹੀਂ ਆਖਣਾ। ਮੰਮਾ ਹਾਹੇ ਸਿਆਰੀ ਮਹੇ ਮਹੇ ਕਹਿਣਾ। ਮਹੇ ਮੀਨਸ ਵਿੱਚ, ਮੈਂ ਮੀਨਸ ਮੀ, ਮੈਂ ਮੀ, ਉਹ ਮੈਂ ਵਾਲਾ ਇੰਟਰੋਡਕਸ਼ਨ ਵਾਲੀ ਮੈਂ ਨਹੀਂ ਬੋਲਣੀਗੀ। ਮਹੇ ਮਹੇ ਮੀਨਸ, ਮਹੇ ਮੀਨਸ ਵਿੱਚ। ਗਿਆਨ ਖੰਡ ਮਹੇ ਗਿਆਨ ਪ੍ਰਚੰਡ, ਇਸ ਤਰ੍ਹਾਂ। ਇਸ ਦਾ ਅਰਥ ਹੈ ਕਿ ਗਿਆਨ ਖੰਡ ਵਾਲਿਆਂ ਦੇ ਹਿਰਦੇ ਵਿੱਚ। ਸੋ ਮਹੇ ਮੀਨਸ ਵਿੱਚ, ਗਿਆਨ ਖੰਡ ਵਾਲਿਆਂ ਦੇ ਹਿਰਦੇ ਵਿੱਚ ਬ੍ਰਹਮ ਦੇ ਗਿਆਨ ਦਾ ਬਹੁਤ ਤੇਜ ਪ੍ਰਕਾਸ਼ ਹੈ। ਪ੍ਰਚੰਡ ਮੀਨਸ ਬਹੁਤ ਤੇਜ। ਜਿਵੇਂ ਆਪਾਂ ਪੰਜਾਬੀ ਚ ਬੋਲਦੇ ਆ, ਨੋਰਮਲੀ ਭਾਸ਼ਾ ਚ ਬੋਲਦੇ ਪ੍ਰਚੰਡ ਅਗਨੀ। ਇੱਕ ਅਗਨੀ ਹੁੰਦੀ ਹੈ, ਇੱਕ ਪ੍ਰਚੰਡ ਅਗਨੀ, ਬਹੁਤ ਤੇਜ ਅੱਗ, ਪ੍ਰਚੰਡ ਬਹੁਤ ਤੇਜ। ਸੋ ਇਸੇ ਤਰ੍ਹਾਂ ਗਿਆਨ ਦਾ ਬਹੁਤ ਤੇਜ ਪ੍ਰਕਾਸ਼। ਗਿਆਨ ਵਾਲਿਆਂ ਦੇ ਹਿਰਦੇ ਵਿੱਚ ਬ੍ਰਹਮ ਦੇ ਗਿਆਨ ਦਾ ਬਹੁਤ ਤੇਜ ਪ੍ਰਕਾਸ਼ ਹੈ। ਜਿੱਥੇ ਹਰ ਵੇਲੇ ਬ੍ਰਹਮ ਦੇ ਗਿਆਨ ਦੀ ਬਹੁਤ ਪ੍ਰਕਾਸ਼ਵਾਨ ਵਿਚਾਰ ਹੁੰਦੀ ਹੈ। ਈਸ਼ਵਰ ਦਾ ਜਾਣਨਾ ਹੀ ਪ੍ਰਚੰਡ ਗਿਆਨ ਹੈ ਅਤੇ ਸਭ ਤੋਂ ਉੱਪਰ ਦਾ ਇਹੋ ਹੀ ਗਿਆਨ ਹੈ। ਜਦੋਂ ਕਹਿ ਦੇਣਾ ਆਪਾਂ ਬ੍ਰਹਮ ਗਿਆਨੀ, ਇਹ ਸਭ ਤੋਂ ਲਾਸਟ ਵਾਲਾ ਟੌਪ ਦਾ ਗਿਆਨ ਬ੍ਰਹਮ ਗਿਆਨ ਹੈ। ਅੱਜ ਕੱਲ੍ਹ ਅਸੀਂ ਉਂਝ ਹੀ ਕਹੀ ਜਾਂਦੇ ਹਾਂ ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ ਬਹੁਤ ਘੱਟ ਹਨ। ਕੋਈ ਕੋਈ ਹੈ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਆ, ਤੇ ਸਾਡੇ ਧਰਮ ਚ ਲੈ ਲਓ ਉਂਗਲਾਂ ਤੋਂ ਵੱਧ ਜਾਂਦੇ ਆ, ਉਂਗਲਾਂ ਤੇ ਵੀ ਨਹੀਂ ਪੂਰੇ ਆਉਂਦੇ ਗਏ, ਇੰਨੇ ਬ੍ਰਹਮ ਗਿਆਨੀ ਹੋ ਗਏ ਆ। ਕੋਈ ਵੀ ਬ੍ਰਹਮ ਗਿਆਨੀ ਨਹੀਂ। ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਹਦੇ ਵਿੱਚ, ਉਹਦੇ ਹਿਰਦੇ ਵਿੱਚ ਬ੍ਰਹਮ ਦਾ ਤੇਜ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਰਹਿੰਦੀ। ਲੋਕ ਉਹਦੇ ਕੋਲੇ ਆਪ ਚੱਲ ਕੇ ਆਉਂਦੇ, ਜੇ ਨਾ ਵੀ ਆਉਣਗੇ ਤਾਂ ਉਹ ਸੁਤੇਮਾਨ ਪ੍ਰਕਾਸ਼ ਦੇ ਵਿੱਚ ਹਰ ਵੇਲੇ ਸਮਾਏ ਰਹਿੰਦੇ ਹਨ। ਸੋ ਕਮੈਂਟ ਨਹੀਂ ਕਰਦੇ ਆਪਾਂ ਵੀ ਇੰਨੀਆਂ ਗੱਡੀਆਂ, ਉਹ ਵੀ ਬ੍ਰਹਮ ਗਿਆਨੀ ਆ, ਉਹਨਾਂ ਨਾਲ ਦੇ ਨਾਮ ਵੀ ਬ੍ਰਹਮ ਗਿਆਨੀ ਲੱਗਦਾ। ਇੰਨੇ ਸੋਹਣੇ ਮਹੱਲ ਬਣਾਏ ਆ, ਰਾਜਿਆਂ ਨਾਲ ਸੋਹਣੇ ਕਮਰੇ ਹਨ, ਸਾਰੀ ਫੈਸਿਲਿਟੀਜ਼, ਪੂਰੇ ਵਰਲਡ ਦੀ ਫੈਸਿਲਿਟੀਜ਼ ਉਹਨਾਂ ਦੇ ਇੱਕ ਕਮਰੇ ਵਿੱਚ ਮਿਲ ਸਕਦੀ ਅੱਜ। ਸੋ ਇੱਕ ਕਮੈਂਟ ਨਹੀਂ ਆ, ਅਸੀਂ ਬ੍ਰਹਮ ਗਿਆਨ ਦੀ ਗੱਲ ਕਰਦੇ ਹਾਂ। ਸੋ ਇਹ 5 ਖੰਡਾਂ ਦੀ ਗੱਲ ਹੋ ਰਹੀ ਹੈ। ਸੋ ਖੰਡ 2 ਤਰ੍ਹਾਂ ਦੇ ਨਾਲ ਮੰਨੇ ਜਾਣਗੇ। 5 ਖੰਡ, ਧਰਮ ਖੰਡ, ਗਿਆਨ ਖੰਡ, ਫਿਰ ਆ ਇਸੇ ਦੀ ਅਵਸਥਾ ਗਿਆਨ ਖੰਡ ਦੀ। ਗਿਆਨ ਪ੍ਰਚੰਡ ਜਿਹੜਾ ਹੈਗਾ, ਇਹ ਇੱਕ ਗਿਆਨ ਦੀ ਹੀ ਅਵਸਥਾ ਹੈ, ਉਸੇ ਦਾ ਹੀ ਇੱਕ ਹਿੱਸਾ ਗਿਆਨ ਖੰਡ ਦਾ। ਇਸ ਕਰਕੇ ਕਈ ਵਿਦਵਾਨਾਂ ਨੇ ਜਾਂ ਕਈ ਲੋਕਾਂ ਨੇ ਇਸ ਨੂੰ ਵੀ ਇੱਕ ਖੰਡ ਮੰਨਿਆ। ਗਿਆਨ ਖੰਡ ਜਿਹੜਾ ਗਿਆਨ ਖੰਡ ਹੈਗਾ, ਗਿਆਨ ਪ੍ਰਚੰਡ ਨੂੰ ਵੀ ਇੱਕ ਖੰਡ ਮੰਨਿਆ, ਪਰ ਨਹੀਂ, ਇਹ ਉਸੇ ਦਾ ਹਿੱਸਾ ਹੀ ਹੈ, ਗਿਆਨ ਖੰਡ ਦਾ ਹੀ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਹੜੇ ਗਿਆਨ ਬ੍ਰਹਮ ਦਾ ਗਿਆਨ ਰੱਖਦੇ ਆ, ਉਹਨਾਂ ਦੇ ਹਿਰਦੇ ਦੇ ਵਿੱਚ ਵਿਚਾਰ ਦੀ ਬਹੁਤ ਤੇਜਮਾਨ ਪ੍ਰਕਾਸ਼ ਹੁੰਦਾ ਹੈ। ਕਿਵੇਂ ਹੁੰਦਾ? ਇੱਕ ਤਾਂ ਗਿਆਨ ਹੋ ਜਾਣਾ, ਇੱਕ ਤੇਜ ਗਿਆਨ ਹੋ ਜਾਣਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸਨ,
ਤਾਂ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਬਹੁਤ ਪ੍ਰਕਾਸ਼ ਸੀ। ਹਰ ਵੇਲੇ ਤੇਜ ਗਿਆਨ ਦਾ ਪ੍ਰਕਾਸ਼ ਚੱਲਦਾ ਰਹਿੰਦਾ ਸੀ। ਪ੍ਰਕਾਸ਼ਮਾਨ ਮਤਲਬ ਗਿਆਨ ਹਰ ਵੇਲੇ ਪ੍ਰਕਾਸ਼ ਰਹਿੰਦਾ ਸੀ। ਤੇ ਜਦੋਂ ਉਹਨਾਂ ਨੂੰ ਕੋਈ ਸਵਾਲ ਕਰਦਾ ਸੀ ਤੇ ਉਦੋਂ 2 ਸੈਕਿੰਡ ਤੋਂ ਪਹਿਲਾਂ ਉਸ ਦਾ ਆਨਸਰ ਕਰ ਦਿੰਦੇ ਸੀ। ਉਹਨਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਸੀ, ਜਾਂ ਬਾਹਲੀ ਘੁਮਾ ਫਰਾ ਕੇ ਗੱਲ ਨਹੀਂ ਕਰਦੇ ਸਨ। ਟੌਪ ਦਾ ਇੱਕੋ ਵਾਰੀ ਆਨਸਰ ਕਰ ਦਿੰਦੇ ਸਨ, ਜਿਹਨੂੰ ਪੰਜਾਬੀ 'ਚ ਕਹਿੰਦੇ ਹਾਜ਼ਰ ਜਵਾਬ। ਸੋ ਇਸ ਤਰ੍ਹਾਂ ਹੁੰਦਾ। ਇਹ ਸਰੀਰ ਕਰਕੇ ਜਦੋਂ ਅਸੀਂ ਦੁਨੀਆ 'ਤੇ ਰਹਿੰਦੇ ਹਾਂ ਤਾਂ ਉਦੋਂ ਅਸੀਂ ਧਰਮੀ ਹੋ ਜਾਂਦੇ ਹਾਂ, ਧਰਮ ਖੰਡ ਦੇ ਵਿੱਚ ਚਲੇ ਜਾਂਦੇ ਹਾਂ। ਗਿਆਨੀ ਹੋ ਜਾਂਦੇ ਹਾਂ, ਗਿਆਨ ਖੰਡ ਵਿੱਚ ਚਲੇ ਜਾਂਦੇ ਹਾਂ। ਗਿਆਨ ਪ੍ਰਚੰਡ 'ਚ ਆ ਜਾਂਦੇ ਹਾਂ, ਬ੍ਰਹਮ ਗਿਆਨੀ ਬਣ ਜਾਂਦੇ ਸਰੀਰ ਕਰਕੇ। ਬਟ ਜਦੋਂ ਸਰੀਰ ਨੂੰ ਛੱਡ ਕੇ ਇਸ ਆਤਮਾ ਨੇ ਜਾਣਾ, ਇਹ ਪੁਰਖ ਜਾਂਦੇ ਆ, ਤਾਂ ਉਹਨਾਂ ਦੇ ਰਹਿਣ ਦੀ ਜਗ੍ਹਾ ਹੈ ਗਿਆਨ ਖੰਡ। ਇੱਕ ਥਾਂ, ਇੱਕ ਟੁਕੜਾ, ਇੱਕ ਸਥਾਨ, ਇੱਕ ਖੰਡ ਜੋ ਸੱਚਖੰਡ ਦਾ ਹਿੱਸਾ ਹੈ ਤੇ ਸੱਚਖੰਡ ਦੇ ਆਲੇ ਦੁਆਲੇ ਉਹ ਸਥਾਨ ਮੰਨੇ ਗਏ ਹਨ ਵਿਦਵਾਨ ਪੁਰਸ਼ਾਂ ਵੱਲੋਂ, ਸਤਿਪੁਰਸ਼ਾਂ ਵੱਲੋਂ। ਸੋ ਇਸ ਤਰ੍ਹਾਂ ਜਿਹੜੇ ਬ੍ਰਹਮ ਦੇ ਗਿਆਨ ਵਾਲੇ ਹਨ ਤੇ ਉਹਨਾਂ ਦੇ ਹਿਰਦੇ ਵਿੱਚ ਹਰ ਵੇਲੇ ਬਹੁਤ ਪ੍ਰਕਾਸ਼ਵਾਨ ਵਿਚਾਰ ਹੁੰਦੀ ਰਹਿੰਦੀ ਹੈ ਹਰ ਵੇਲੇ। ਸੋ ਇਸ ਤਰ੍ਹਾਂ ਅਗਲੀ ਪੰਕਤੀ ਹੈ, ਤਿੱਥੈ ਨਾਦ ਬਨੋਦ ਕੋੜ ਆਨੰਦ। ਇਹ ਹੁਣ ਉੱਥੇ ਦੀ ਵੀ ਗੱਲ ਕੀਤੀ। ਤਿੱਥੈ ਮੀਨਸ ਉੱਥੇ ਜਿਹੜਾ ਗਿਆਨ ਖੰਡ ਆ ਨਾ, ਜੋ ਸੱਚਖੰਡ ਦਾ ਹਿੱਸਾ ਹੈ, ਸੱਚਖੰਡ ਦਾ ਪਾਰਟ ਹੈ ਗਿਆਨ ਖੰਡ, ਉੱਥੇ ਦੀ ਗੱਲ ਕੀਤੀ, ਇੱਥੇ ਦੀ ਗੱਲ ਨਹੀਂ ਕੀਤੀ ਗੁਰੂ ਜੀ ਨੇ। ਤਿੱਥੈ ਹੁਣ ਅਰਥ ਜਿਹੜੇ ਕਰਾਂਗੇ ਆਪਾਂ ਉਹ ਦੋਵਾਂ ਤਰੀਕਿਆਂ ਨਾਲ ਕਰਾਂਗੇ, ਇੱਥੋਂ ਦੀ ਵੀ ਕਰਾਂਗੇ ਤੇ ਉੱਥੇ ਬ੍ਰਹਮ ਗਿਆਨੀਆਂ ਦੇ ਰਹਿਣ ਵਾਲੀ ਜੋ ਸਥਾਨ ਹੈ ਉੱਥੋਂ ਦੀ ਗੱਲ ਵੀ ਹੋਊਗੀ। ਹੁਣ ਇੱਥੇ ਜੋ ਪੰਕਤੀ ਹੈ, ਤਿੱਥੈ ਨਾਦ ਬਨੋਦ ਕੋੜ ਆਨੰਦ, ਇੱਥੇ ਬਨੋਦ ਤੇ ਰੁਕਣਾ ਇੱਕੋ ਹੀ ਵਿਸ਼ਰਾਮ ਹੈ। ਤਿੱਥੈ ਨਾਦ ਬਨੋਦ ਵਿਸ਼ਰਾਮ, ਕੋੜ ਆਨੰਦ। ਇਸ ਤਰ੍ਹਾਂ ਰਿਪੀਟ ਕਰਦੇ ਆਪਾਂ ਪੰਕਤੀ ਨੂੰ, ਐਵੇਂ ਬੋਲਣਾ, ਤਿੱਥੈ ਨਾਦ ਬਨੋਦ ਕੋੜ ਆਨੰਦ, ਇਸ ਤਰ੍ਹਾਂ ਬੋਲਣਾ। ਇਸ ਪੰਕਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 3 ਗੱਲਾਂ ਕੀਤੀਆਂ। 3 ਤਰ੍ਹਾਂ ਦੇ ਆਨੰਦ ਦੀ ਗੱਲ ਕੀਤੀ ਹੈ। 3 ਤਰ੍ਹਾਂ ਦਾ ਆਨੰਦ ਇਸ ਗੱਲ ਦੇ ਵਿੱਚ ਹੈ। ਵੈਸੇ ਤਾਂ ਆਨੰਦ ਬਹੁਤ ਹੈ, ਪਰ ਇੱਥੇ 3 ਤਰ੍ਹਾਂ ਦੀ ਗੱਲ ਕੀਤੀ ਹੈ। 3 ਤਰ੍ਹਾਂ ਦੇ ਆਨੰਦ ਕਿਹੜੇ? ਨਾਦ ਮੀਨਸ ਗੂੰਜ, ਧੁਨੀ ਜਾਂ ਸੁਣਾਈ ਦੇਣਾ। ਨਾਦ ਮੀਨਸ ਗੂੰਜ, ਧੁਨੀ, ਆਵਾਜ਼ ਜੋ ਸਾਡੇ ਕੰਨਾਂ ਨੂੰ ਸੁਣਾਈ ਦਿੰਦੀ ਹੈ। ਨਾਦ ਦਾ ਅਰਥ ਹੈ ਸੁਣਾਈ ਦੇਣ ਵਾਲਾ ਆਨੰਦ, ਜਿਹੜਾ ਸਾਡੇ ਕੰਨਾਂ ਨੂੰ ਸੁਣ ਕੇ ਆਨੰਦ ਆਉਂਦਾ, ਉਹ ਨਾਦ ਆਨੰਦ ਆ। ਬਨੋਦ, ਬਨੋਦ ਮੀਨਸ ਦਿਖਾਈ ਦੇਣ ਵਾਲਾ ਆਨੰਦ, ਜਿਹੜਾ ਆਨੰਦ ਸਾਨੂੰ ਦੇਖ ਕੇ ਆਉਂਦਾ ਹੈ। ਕੋਡ, ਕੋਡ ਮੀਨਸ ਮਿਲਣ ਤੋਂ ਬਾਅਦ ਦਾ ਆਨੰਦ, ਜਿਹੜਾ ਸਾਨੂੰ ਕਿਸੇ ਨੂੰ ਮਿਲ ਕੇ ਆਨੰਦ ਆਉਂਦਾ, ਕਿਸੇ ਆਪਣੇ ਨੂੰ ਮਿਲ ਕੇ ਆਨੰਦ ਆਉਂਦਾ, ਜਾਂ ਜਿਹੜਾ ਆਨੰਦ ਸਾਨੂੰ ਗੁਰਦੁਆਰੇ ਗੁਰੂ ਜੀ ਦੇ ਦਰਸ਼ਨ ਕਰਕੇ ਆਉਂਦਾ, ਉਹ ਆਨੰਦ। 3 ਤਰ੍ਹਾਂ ਦੇ ਆਨੰਦ, ਸੁਣਨ ਵਾਲਾ ਆਨੰਦ, ਦੇਖਣ ਦਾ ਆਨੰਦ ਤੇ ਮਿਲਣ ਦਾ ਆਨੰਦ। ਤਿੱਥੈ ਨਾਦ ਬਨੋਦ ਕੋੜ ਆਨੰਦ। ਤਾਂ ਹੁਣ ਉੱਥੇ ਆਪਾਂ ਗਿਆਨ ਖੰਡ ਦੀ ਗੱਲ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਉੱਥੇ ਹਰ ਵੇਲੇ ਰੂਹਾਨੀ ਕੀਰਤਨ ਦਾ ਨਾਦ ਗੂੰਜਦਾ ਰਹਿੰਦਾ ਹੈ। ਕਈ ਤਰ੍ਹਾਂ ਦੇ ਦੇਖਣ ਵਾਲੇ ਰੱਬੀ ਰੰਗਾਂ ਦੇ ਦਿਲ ਪਰਚਾਵੇ ਅਤੇ ਪ੍ਰਭੂ ਦੇ ਮਿਲਾਪ ਦੀਆਂ ਖੁਸ਼ੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਰੱਬੀ ਰੰਗਾਂ ਦੇ ਦਿਲ ਪਰਚਾਵੇ। ਸ਼ਾਇਦ ਆਪ ਜੀ ਨੂੰ ਯਾਦ ਹੋਣਾ 1997 ਦੇ ਵਿੱਚ ਉਸ ਨੂੰ ਸਾਇੰਸਦਾਨਾਂ ਨੇ ਆਕਾਸ਼ੀ ਆਸਮਾਨੀ ਆਤਿਸ਼ਬਾਜ਼ੀ ਕਿਹਾ ਸੀ। ਮਤਲਬ ਉਦੋਂ ਸਵੇਰੇ 4 ਵਜੇ ਬਹੁਤ ਸਾਰੇ ਲੋਕਾਂ ਨੇ ਦੇਖੇ, 4-5 ਵਜੇ
ਤਾਰੇ ਟੁੱਟੇ ਸਨ, ਕੋਈ ਤਾਰਾ ਟੁੱਟ ਕੇ ਇੱਧਰ ਜਾਂਦਾ, ਕੋਈ ਇੱਧਰ ਜਾ ਰਿਹਾ, ਕੋਈ ਇੱਧਰ ਜਾ ਰਿਹਾ, ਬਹੁਤ ਸਾਰੇ ਤਾਰੇ ਟੁੱਟੇ ਸਨ। ਉਦੋਂ ਆਤਿਸ਼ਬਾਜ਼ੀਆਂ ਜਿਵੇਂ ਦੀਵਾਲੀ ਵੇਲੇ ਚੱਲਦੀਆਂ ਹਨ। ਇਹ ਰੱਬੀ ਰੰਗਾਂ ਦੇ ਦਿਲ ਪਰਚਾਵੇ, ਐਵੇਂ ਐਵੇਂ ਕਹਿ ਸਕਦੇ ਹਾਂ ਆਪਾਂ, ਉਹ ਹੋਇਆ ਸੀ। ਸੋ ਜਦੋਂ ਆਪਾਂ ਇੱਥੋਂ ਦੀ ਗੱਲ ਕਰਾਂਗੇ, ਇਸ ਪੰਕਤੀ ਦਾ ਅਰਥ ਕਰਾਂਗੇ ਵੀ ਜਿਹੜੇ ਬੰਦੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ, ਉਹਨਾਂ ਦੇ ਹਿਰਦੇ ਵਿੱਚ ਹਰ ਵੇਲੇ ਰੂਹਾਨੀ ਕੀਰਤਨ ਦਾ ਨਾਦ ਗੂੰਜਦਾ ਰਹਿੰਦਾ। ਅਨਹਦੀ ਨਾਦ ਜਿਹਨੂੰ ਕਹਿੰਦੇ ਆਪਾਂ, ਸਾਡੀ ਬੋਡੀ ਦੇ ਵਿੱਚ ਇੱਕ ਸਾਊਂਡ, ਇੱਕ ਨਾਦ ਵੱਜਦਾ ਰਹਿੰਦਾ ਹਰ ਵੇਲੇ, ਰੱਬੀ ਕੀਰਤਨ ਦਾ, ਰੂਹਾਨੀ ਕੀਰਤਨ ਦਾ। ਉਂਝ ਤਾਂ ਸਾਡੇ ਹਿਰਦੇ 'ਚ ਨਾਦ ਬੜੇ ਵੱਜਦੇ ਆ। ਸਵੇਰੇ ਉੱਠਦਾ ਕਦੇ ਕਦੇ ਫਿਲਮੀ ਗਾਣਾ ਵੱਜ ਜਾਂਦਾ, ਉਹ ਸਾਰਾ ਦਿਨ ਉਹੀ ਵੱਜਦਾ ਰਹਿੰਦਾ। ਇਹ ਵੀ ਇਹ ਨਾਦ ਆ, ਪਰ ਇਹ ਦੁਨਿਆਵੀ ਨਾਦ ਆ। ਸਾਰਾ ਦਿਨ ਗੁਣਗੁਣਾਉਂਦੇ ਰਹਿੰਦੇ ਆ ਗਾਣਿਆਂ ਨੂੰ, ਆਪਣੀਆਂ ਧੁਨਾਂ ਨੂੰ। ਇਹ ਦੁਨਿਆਵੀ ਨਾਦ ਆ। ਪਰ ਬ੍ਰਹਮ ਗਿਆਨੀਆਂ ਦੇ ਹਿਰਦੇ ਦੇ ਵਿੱਚ ਹਰ ਵੇਲੇ ਰੂਹਾਨੀ ਕੀਰਤਨ ਦਾ ਨਾਦ ਗੂੰਜਦਾ ਰਹਿੰਦਾ। ਕਈ ਤਰ੍ਹਾਂ ਦੀਆਂ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਆ, ਉਹਨਾਂ ਦੀ ਦ੍ਰਿਸ਼ਟੀ ਨੂੰ ਬਹੁਤ ਸਾਰੇ ਕਈ ਤਰ੍ਹਾਂ ਦੇ ਦੇਖਣ ਵਾਲੇ ਰੱਬੀ ਰੰਗ ਤੇ ਦਿਲ ਪਰਚਾਵੇ ਮਿਲਦੇ ਹਨ। ਜਿਹੜੀਆਂ ਚੀਜ਼ਾਂ ਸਾਨੂੰ ਅਦ੍ਰਿਸ਼ਟ ਦਿਖਾਈ ਨਹੀਂ ਦਿੰਦੀਆਂ, ਉਹ ਚੀਜ਼ਾਂ ਉਹਨਾਂ ਨੂੰ ਦਿਖਾਈ ਦਿੰਦੀਆਂ ਹਨ। ਕੁਦਰਤ ਦੇ ਰੰਗ ਦਿਖਾਈ ਦਿੰਦੇ ਹਨ ਜੋ ਉਹਨਾਂ ਨੂੰ ਹੀ ਦਿਖਦੇ ਹਨ, ਤੇ ਉਹਨਾਂ ਨੂੰ ਦੇਖ ਕੇ ਉਹ ਖੁਸ਼ ਹੁੰਦੇ ਰਹਿੰਦੇ ਆ। ਕੋਡ ਆਨੰਦ, ਪ੍ਰਭੂ ਦੇ ਮਿਲਾਪ ਦੀਆਂ ਖੁਸ਼ੀਆਂ ਪੈਦਾ ਹੁੰਦੀਆਂ ਕਿ ਕਿਵੇਂ ਦੇਖਣਾ, ਜਾਂ ਉਹ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਨਿਜ ਸਰੂਪ ਨੂੰ ਦੇਖਦੇ ਹਨ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਨਿਜ ਸਰੂਪ, ਆਪਣੇ ਆਪ ਬ੍ਰਹਮ ਸਰੂਪ ਨੂੰ ਦੇਖਦੇ ਹਨ, ਤਾਂ ਉਹਨਾਂ ਨੂੰ ਦੇਖਣ ਦੀਆਂ, ਮਿਲਣ ਦੀਆਂ ਜਿਹੜੀਆਂ ਖੁਸ਼ੀਆਂ ਪੈਦਾ ਹੁੰਦੀਆਂ ਉਹਨਾਂ ਦੇ ਵਿੱਚ, ਸੁਣਨ ਦੀ ਖੁਸ਼ੀ, ਆਨੰਦ, ਦੇਖਣ ਦਾ ਆਨੰਦ ਤੇ ਪ੍ਰਭੂ ਦੇ ਮਿਲਾਪ ਦਾ ਆਨੰਦ। ਇਸ ਤਰ੍ਹਾਂ ਐਗਜ਼ੈਂਪਲੀ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ, ਐਗਜ਼ੈਂਪਲੀ ਵੀ ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ, ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ ਤਾਂ ਬੱਚੇ ਦੇ ਗਵਾਚਣ ਕਰਕੇ ਫੈਮਿਲੀ ਦੇ ਬਹੁਤ ਸਾਰੇ ਲੋਕ ਉਦਾਸ ਹਨ, ਦੁਖੀ ਹਨ, ਬਹੁਤ ਉਦਾਸ ਹਨ। ਮਾਂ ਬਹੁਤ ਉਦਾਸ ਹੈ ਤੇ ਦੁਖੀ ਹੈ। ਤਾਂ ਫਿਰ ਕਿਸੇ ਨੇ ਆ ਕੇ ਦੱਸਿਆ ਕਿ ਤੁਹਾਡਾ ਜੋ ਲੜਕਾ ਗਵਾਚਿਆ ਹੋਇਆ ਉਹ ਮੈਂ ਫਲਾਣੀ ਥਾਂ ਤੇ ਦੇਖਿਆ। ਜਿਵੇਂ ਕੋਈ ਕਹਿ ਦੇ ਵੀ ਮੈਂ ਤੁਹਾਡਾ ਲੜਕਾ ਫਲਾਣੇ ਗੁਰਦੁਆਰੇ ਦੇਖਿਆ, ਹਜੂਰ ਸਾਹਿਬ ਦੇਖਿਆ ਗੁਰਦੁਆਰੇ ਸੇਵਾ ਕਰਦਾ, ਜਾਂ ਹਰਿਮੰਦਰ ਸਾਹਿਬ ਸੇਵਾ ਕਰਦਾ ਦੇਖਿਆ, ਪਟਨਾ ਸਾਹਿਬ ਸੇਵਾ ਕਰਦਾ ਦੇਖਿਆ, ਦਮਦਮਾ ਸਾਹਿਬ ਸੇਵਾ ਕਰਦਾ ਦੇਖਿਆ। ਮਤਲਬ ਕਿਤੋਂ ਦੀ ਵੀ ਆਪਾਂ ਐਗਜ਼ਾਮਪਲ ਲੈ ਲੈਣੇ ਵੀ ਫਲਾਣੀ ਥਾਂ ਤੇ ਮੈਂ ਤੁਹਾਡੇ ਮੁੰਡੇ ਨੂੰ ਦੇਖਿਆ ਹੈ। ਤਾਂ ਉਹਦੇ ਜੋ ਗਵਾਚਿਆ ਹੋਇਆ ਸੀ, ਉਹਦੇ ਹੋਣ ਦੀ ਖਬਰ ਸੁਣ ਕੇ ਜਿਹੜਾ ਆਨੰਦ ਆਇਆ, ਸੁਣਨ ਦਾ ਆਨੰਦ, ਜਿਹੜਾ ਆਨੰਦ ਮਾਂ ਦੇ ਕੰਨਾਂ ਨੂੰ ਸੁਣ ਕੇ ਆਇਆ ਵੀ ਤੁਹਾਡਾ ਬੱਚਾ ਫਲਾਣੀ ਥਾਂ ਤੇ ਦੇਖਿਆ ਮੈਂ, ਬਹੁਤ ਆਨੰਦ। ਉਹ ਜਿਹੜੀ ਉਦਾਸੀ ਸੀ ਉਸ ਦੀ ਖਤਮ ਹੋ ਗਈ ਕਿ ਮੇਰਾ ਬੇਟਾ ਹੈ ਤੇ ਫਲਾਣੇ ਥਾਂ ਤੇ ਹੈ, ਜਿਹੜਾ ਸੁਣ ਕੇ ਆਨੰਦ ਆਇਆ। ਤਾਂ ਇਸੇ ਤਰ੍ਹਾਂ ਸੁਣ ਕੇ ਮਾਂ ਨੂੰ ਨਾਦ ਆਨੰਦ ਆਇਆ, ਸੁਣਨ ਦਾ ਆਨੰਦ ਆਇਆ। ਫਿਰ ਉਹ ਸਾਰੇ ਜਣੇ ਇਕੱਠੇ ਹੋ ਕੇ ਉਸ ਥਾਂ ਤੇ ਗਏ ਤੇ ਦੂਰੋਂ ਦੇਖਦੇ, ਕਿਤੇ ਵੀ ਸਾਨੂੰ ਦੇਖ ਕੇ ਭੱਜ ਨਾ ਜਾਵੇ, ਪਹਿਲਾਂ ਦੂਰੋਂ ਦੇਖਦੇ ਆ। ਫਿਰ ਸਾਰਿਆਂ ਨੇ ਆਪਣੇ ਪੁੱਤਰ ਨੂੰ ਦੂਰੋਂ ਦੇਖਿਆ ਤੇ ਜਿਹੜਾ ਮਾਂ ਨੂੰ ਪੁੱਤਰ ਨੂੰ ਦੇਖ ਕੇ ਆਨੰਦ ਆਇਆ, ਉਹ ਵਿਨੋਦ ਆਨੰਦ ਆਇਆ, ਦੇਖਣ ਦਾ ਆਨੰਦ ਆਇਆ ਮਾਂ ਨੂੰ ਵੀ ਹਾਂ ਉਹ ਮੇਰਾ ਪੁੱਤਰ ਤੁਰਿਆ ਫਿਰਦਾ। ਵਿਨੋਦ ਆਨੰਦ, ਮਾਂ ਨੂੰ ਪੁੱਤਰ ਨੂੰ ਦੇਖ ਕੇ ਜੋ ਆਨੰਦ ਆਇਆ ਉਹ ਵਿਨੋਦ ਆਨੰਦ, ਦੇਖਣ ਦਾ ਆਨੰਦ ਆਇਆ। ਫਿਰ ਜਦ ਜਾ ਕੇ ਮਾਂ ਆਪਣੇ ਪੁੱਤਰ ਨੂੰ ਜਾ ਕੇ ਮਿਲੀ ਤਾਂ ਮਾਂ ਨੂੰ ਮਿਲਣ ਦਾ ਆਨੰਦ ਆਇਆ। ਕੋਡ ਮੀਨਸ ਕਰੋੜਾਂ ਆਨੰਦ ਪ੍ਰਾਪਤ ਹੋਇਆ, ਕਰੋੜਾਂ ਖੁਸ਼ੀਆਂ ਮਿਲੀਆਂ ਉਸਨੂੰ। ਕੋਡ ਦੇਖਣ ਦਾ ਆਨੰਦ, ਮਿਲਣ ਦਾ ਆਨੰਦ, ਕੋਡ ਆਨੰਦ, ਕਰੋੜਾਂ ਆਨੰਦ ਆਏ ਮਿਲ ਕੇ। ਇਸ ਤਰ੍ਹਾਂ ਮਾਂ ਨੂੰ ਦੇਖ ਕੇ ਜੋ ਆਨੰਦ ਆਇਆ, ਮਿਲ ਕੇ ਜੋ ਆਨੰਦ ਆਇਆ,
ਉਹ ਕੋਡ ਆਨੰਦ ਆਇਆ ਉਸ ਨੂੰ, ਹੈ ਨਾ। ਇਸ ਤਰ੍ਹਾਂ ਨਾਦ, ਵਿਨੋਦ, ਕੋਡ, ਆਨੰਦ ਉਸ ਦਰਗਾਹ ਦੇ ਵਿੱਚ, ਉਸ ਦੁਨੀਆ ਦੇ ਵਿੱਚ, ਗਿਆਨ ਖੰਡ ਦੇ ਵਿੱਚ ਜੋ ਆਨੰਦ ਆਉਂਦਾ ਹੈ ਦੇਖਣ ਦਾ, ਸੁਣਨ ਦਾ, ਮਿਲਾਪ ਦਾ, ਉਹ ਉਹੀ ਜਾਣਦੇ ਹਨ। ਦਿਨ ਹੁਣ ਇਹ ਦੋ ਪੰਕਤੀਆਂ ਗਿਆਨ ਖੰਡ ਦਾ ਹਿੱਸਾ ਸਨ। ਇੱਕ ਗਿਆਨ ਹੋ ਜਾਣਾ, ਇੱਕ ਬ੍ਰਹਮ ਦਾ ਗਿਆਨ ਹੋ ਜਾਣਾ, ਬ੍ਰਹਮ ਵਿੱਚ ਲੀਨ ਹੋ ਜਾਣਾ। ਇਹ ਗਿਆਨ ਪ੍ਰਚੰਡ ਹੈ, ਬ੍ਰਹਮ ਗਿਆਨ ਦੀ ਅਵਸਥਾ ਹੈ, ਟੌਪ ਦੀ ਅਵਸਥਾ, ਲਾਸਟ ਅਵਸਥਾ, ਇਹ ਲੈਵਲ ਹੈ। ਤੋ ਅੱਗੇ ਜਿਹੜੀਆਂ ਪੰਕਤੀਆਂ ਹਨ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਰਮਖੰਡ ਦੀ ਗੱਲ ਕਰਦੇ ਆ। ਇਹ ਜਿਹੜਾ ਸਰਮਖੰਡ ਹੈ ਸਤਸੰਗੀ ਪੁਰਸ਼ਾਂ ਦੀ ਆਤਮਿਕ ਅਵਸਥਾ ਹੈ। ਸਰਮਖੰਡ ਸਤਸੰਗੀ ਪੁਰਸ਼ਾਂ ਦੀ ਆਤਮਿਕ ਅਵਸਥਾ ਹੈ। ਗੁਰੂ ਜੀ ਬਚਨ ਕਰਦੇ ਹਨ, ਸਰਮਖੰਡ ਕੀ ਬਾਣੀ ਰੂਪ ਇੱਕੋ ਹੀ ਵਿਸ਼ਰਾਮ ਹੈ। ਇਹਦੇ ਵਿੱਚ ਇੱਕੋ ਹੀ ਵਿਸ਼ਰਾਮ ਕੀ ਦੇ ਉੱਪਰ, ਸਰਮਖੰਡ ਕੀ ਵਿਸ਼ਰਾਮ, ਬਾਣੀ ਰੂਪ, ਇਸ ਤਰ੍ਹਾਂ ਉਚਾਰਨ ਸਹੀ ਹੈ। ਸੋ ਇਸ ਪੰਕਤੀ ਦਾ ਅਰਥ ਹੈ, ਗੁਰੂ ਜੀ ਕਹਿੰਦੇ ਵੈਰਾਗ ਵਾਲੇ ਪੁਰਸ਼ਾਂ ਦੇ ਬੋਲ ਬਹੁਤ ਸਾਫ਼ ਸੁਥਰੇ ਤੇ ਸੁੰਦਰ ਹੁੰਦੇ ਹਨ। ਉਹ ਜਦੋਂ ਵੀ ਬੋਲਦੇ ਹਨ ਦੂਜੇ ਦੇ ਸਤਿਕਾਰ ਵਿੱਚ ਬੋਲਦੇ ਹਨ, ਤੇ ਦੂਜੇ ਦੇ ਸਤਿਕਾਰ ਦੇ ਵਿੱਚ ਤੇ ਮਿੱਠਾ ਉਹ ਬੋਲੂਗਾ ਜਿਹਨੇ ਸਤਸੰਗ ਕੀਤੀ ਹੋਵੇ। ਸੋ ਅਸੀਂ ਨੋਰਮਲੀ ਕਹਿੰਦੇ ਆ, ਕਹਿਣ ਨੂੰ ਸੁਣਨ ਨੂੰ ਮਿਲਦਾ ਹੁੰਦਾ ਸੀਗਾ। ਸ਼ਾਇਦ ਅੱਜ ਕੱਲ੍ਹ ਵੀ ਲੋਕ ਸੰਗਤ ਦੇ ਵਿੱਚ ਪ੍ਰਚਾਰ ਕੇ ਸ਼ਬਦ ਦੀ ਵਰਤੋਂ ਕਰਦੇ ਹੋਣੇ ਆ ਵੀ ਸਤਸੰਗ ਵਿੱਚ ਆ ਕੇ ਮਨੁੱਖ ਨੂੰ ਰਹਿਣੀ, ਬਹਿਣੀ, ਕਹਿਣੀ, ਸਹਿਣੀ ਦਾ ਵੱਲ ਆਉਂਦਾ ਹੈ, ਢੰਗ ਆਉਂਦਾ ਹੈ। ਮਨੁੱਖ ਸਤਸੰਗ ਵਿੱਚ ਆ ਕੇ ਰਹਿਣੀ, ਬਹਿਣੀ, ਕਹਿਣੀ ਸਿੱਖਦਾ ਹੈ। ਪਰ ਜਿੱਥੋਂ ਤੱਕ ਅੱਜ ਦੇਖਣ ਨੂੰ ਮਿਲਦਾ ਹੈ ਵੀ ਨਾ ਤਾਂ ਰਹਿਣੀ, ਬਹਿਣੀ, ਕਹਿਣੀ, ਰਹਿਣੀ ਦਾ ਮਤਲਬ ਮਨੁੱਖ ਆਪਣੇ ਜੀਵਨ ਦੇ ਵਿੱਚ ਰਹਿਣਾ ਸਿੱਖ ਜਾਂਦਾ ਵੀ ਕਿਸ ਤਰ੍ਹਾਂ ਰਹਿਣਾ ਚਾਹੀਦਾ। ਰਹਿਣੀ, ਬਹਿਣੀ, ਸੰਗਤ ਦੇ ਵਿੱਚ ਜਾਂ ਸਭਾ ਦੇ ਵਿੱਚ ਕਿਸ ਤਰ੍ਹਾਂ ਬੈਠਣਾ ਚਾਹੀਦਾ, ਬੈਠਣ ਦਾ ਵੱਲ ਸਿੱਖਦਾ ਬੰਦਾ ਸਤਸੰਗ ਵਿੱਚ ਜਾ ਕੇ। ਕਹਿਣੀ, ਗੱਲ ਕਰਨ ਦਾ ਢੰਗ ਸਿੱਖਦਾ ਮਨੁੱਖ ਸਤਸੰਗ ਦੇ ਵਿੱਚ ਜਾ ਕੇ, ਕਿਹਦੇ ਨਾਲ ਕਿਵੇਂ ਗੱਲ ਕਰਨੀ ਹੈ। ਉਹਨਾਂ ਦੇ ਬੋਲ ਸਾਫ਼ ਸੁਥਰੇ ਤੇ ਮਿੱਠੇ ਹੋ ਜਾਂਦੇ ਆ ਸਤਸੰਗੀਆਂ ਦੇ, ਜੋ ਸਤਸੰਗ ਵਿੱਚੋਂ ਜਾ ਕੇ ਸਿੱਖਦੇ ਹਨ। ਸਹਿਣੀ, ਉਸ ਮਨੁੱਖ ਦੇ ਅੰਦਰ ਬਹੁਤ ਹੀ ਸ਼ਾਂਤੀ ਆ ਜਾਂਦੀ ਹੈ, ਉਹ ਹਰ ਗੱਲ ਨੂੰ ਬਰਦਾਸ਼ਤ ਕਰ ਲੈਂਦਾ ਹੈ। ਜਿਹੜਾ ਸਤਸੰਗੀ ਹੁੰਦਾ, ਸਤਸੰਗ ਵਿੱਚੋਂ ਜਾ ਕੇ ਮਨੁੱਖ ਆਪਣੀ ਈਗੋ ਨੂੰ ਛੱਡ ਕੇ ਗੱਲ ਬਰਦਾਸ਼ਤ ਕਰਨ ਦੀ ਆਦਤ ਪਾ ਲੈਂਦਾ। ਉਹਦੇ ਅੰਦਰ ਪੇਸ਼ੈਂਸ ਆ ਜਾਂਦੀ ਹੈ। ਅੱਜ ਕਿੱਥੇ ਹੈ, ਇਹ ਚੀਜ਼ਾਂ ਨਹੀਂ ਮਿਲਦੀਆਂ। ਗੁਰਦੁਆਰੇ ਮਨੁੱਖ ਜਾ ਕੇ ਬਹਿਣੀ ਸਿੱਖਦਾ, ਬਹਿਣੀ ਸਿੱਖਦਾ ਕਿੱਥੇ, ਨਹੀਂ ਸਿੱਖਦਾ। ਕਹਿੰਦਾ ਮੈਨੂੰ ਕੁਰਸੀ ਲਿਆ ਕੇ ਦਿਓ ਬੈਠਣ ਵਾਸਤੇ। ਗੁਰਦੁਆਰੇ ਸੋਫੇ ਲੱਗੇ ਹੋ, ਦਰਬਾਰ ਦੇ ਵਿੱਚ ਕੁਰਸੀਆਂ ਲੱਗੀਆਂ ਹੋਈਆਂ, ਬੈਂਚ ਲੱਗੇ ਹੋਏ ਆ, ਬਹਿਣੀ ਕਿੱਥੇ ਰਹਿ ਗਈ, ਕਿੱਥੇ ਸਿੱਖਦਾ। ਮਹਾਰਾਜ ਅੱਗੇ ਜਾ ਕੇ ਦੁੱਖ ਰੋਵੋ ਤੇ ਜਿਹੋ ਜੇ ਹੈਗੇ ਉਹ ਜੇ ਜਾ ਕੇ ਬਹਿ ਜਾਓ, ਉਹਨੂੰ ਤਰਸ ਆਊਗਾ ਤੇ ਉਹ ਦੁੱਖ ਵੀ ਦੂਰ ਕਰ ਦੂਗਾ। ਪਰ ਉਸੇ ਦਰਦ ਨੂੰ ਬਰਕਰਾਰ ਰੱਖਣ ਵਾਸਤੇ ਕੁਰਸੀ ਚਾਹੀਦੀ। ਫਿਰ ਮਹਾਰਾਜ ਕਹਿੰਦਾ ਕੁਰਸੀ ਚਾਹੀਦੀ ਤੇ ਬੈਠਾ ਰਹਿ, ਫਿਰ ਕੁਰਸੀ ਤੇ ਬੈਠਾ ਰਹਿ, ਤੈਨੂੰ ਦਰਦ ਦੀ ਤਕਲੀਫ ਦਾ ਇਲਾਜ ਨਹੀਂ ਚਾਹੀਦਾ। ਅੱਜ ਪੇਸ਼ੈਂਸ ਕਿੱਥੇ ਹੈ। ਸੁਣਨ ਵਾਲਾ, ਸਤਸੰਗ ਸੁਣਦਿਆਂ ਬਾਹਰ ਆ ਕੇ ਲੜਨ ਲੱਗ ਜਾਂਦੇ ਹਾਂ ਅਸੀਂ। ਪ੍ਰਚਾਰਕ ਵਿੱਚ ਵੀ ਪੇਸ਼ੈਂਸ ਹੈ ਨਹੀਂ। ਉਸ ਨੂੰ ਵੀ ਜਦੋਂ ਤੁਸੀਂ ਕੁਐਸਚਨ ਕਰੋਗੇ ਉਹ ਤੁਹਾਨੂੰ ਅੱਗੋਂ ਭੱਜ ਕੇ ਪੈ ਜਾਂਦਾ। ਉਹ ਕੁਐਸਚਨ ਦੇਣ ਦੀ ਆਨਸਰ ਦੇਣ ਦੀ ਬਜਾਏ ਪੇਸ਼ੈਂਸ ਖਤਮ। ਬੈਠਣ ਦਾ ਢੰਗ ਨਹੀਂ, ਕਿੱਥੇ ਸਿੱਖਦੇ ਆ। ਸੋ ਇਹ ਜੋ ਪੰਕਤੀ ਹੈਗੀ ਆ, ਸਰਮਖੰਡ ਕੀ ਬਾਣੀ ਰੂਪ, ਗੁਰੂ ਜੀ ਕਹਿੰਦੇ
ਇਹ ਸਰਮਖੰਡੀਆਂ ਦੀ ਵਿਰਾਗ ਮਤ ਵਾਲੇ ਪੁਰਸ਼ਾਂ ਦੇ ਬੋਲ ਬਹੁਤ ਸਾਫ਼ ਸੁਥਰੇ ਸੁੰਦਰ ਹੁੰਦੇ ਹਨ। ਉਹ ਜੋ ਵੀ ਬੋਲਦੇ ਹਨ ਦੂਜੇ ਦੇ ਸਤਿਕਾਰ ਵਿੱਚ ਬੋਲਦੇ ਹਨ। ਸਰਮਖੰਡ ਤੋਂ ਭਾਵ ਅਭੇਦਤਾ ਦਾ ਬੋਧ। ਅਭੇਦਤਾ ਮਤਲਬ ਛੋਟਾ ਵੱਡਾ, ਗਰੀਬ ਅਮੀਰ, ਤੂੰ ਮੈਂ, ਇਹ ਸਾਰੀਆਂ ਚੀਜ਼ਾਂ ਮਿਟ ਜਾਂਦੀਆਂ ਤੇ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦੇ ਆ। ਅਭੇਦ ਹੋ ਜਾਂਦੇ ਆ ਉਹ, ਤੇ ਭੇਦ ਨਹੀਂ ਰਹਿੰਦਾ ਕੋਈ ਉਹਨਾਂ ਤੇ। ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ ਤੇ ਉਹ ਮਨੁੱਖ ਦੂਸਰਿਆਂ ਦੇ ਵਿੱਚ ਤੇ ਆਪਣੇ ਵਿੱਚ ਕੋਈ ਫਰਕ ਨਹੀਂ ਸਮਝਦਾ। ਉਹ ਅਭੇਦਤਾ 'ਚ ਬੋਧ ਹੋ ਜਾਂਦਾ ਉਹਨਾਂ ਨੇ। ਇਹ ਸਤਸੰਗੀ ਪੁਰਸ਼ਾਂ ਦੀ ਅਵਸਥਾ ਹੈ। ਪੂਜਾ ਉਪਾਸਨਾ ਵਾਲੇ ਮਹਾਂਪੁਰਖਾਂ ਦਾ ਦੇਸ਼ ਹੈ ਸਰਮਖੰਡ। ਜਦ ਹੰਕਾਰ ਦੀ ਨਿਵਰਤੀ ਤੋਂ ਬਾਅਦ ਮਨ ਵਿੱਚ ਵੈਰਾਗ ਆ ਜਾਂਦਾ ਹੈ ਜਾਂ ਵਿਰਾਗ ਆ ਗਿਆ ਤਾਂ ਉਹਨਾਂ ਨੇ ਮਿਹਨਤ ਤੇ ਉਦਮ ਕਰਕੇ ਨਾਮ ਦੀ ਕਮਾਈ ਦੀ ਘਾਲਣਾ ਕੀਤੀ। ਸੋ ਸਰਮ ਨੂੰ ਘਾਲਣਾ, ਕਮਾਈ ਤੇ ਮਿਹਨਤ ਵੀ ਇਹਦਾ ਅਰਥ ਬਣਦਾ। ਫਿਰ ਉਹਨਾਂ ਦੇ ਬੋਲ ਬਹੁਤ ਸੁੰਦਰ ਅਤੇ ਮਨ ਨੂੰ ਮੋਹ ਲੈਣ ਵਾਲੇ ਮਿੱਠੇ ਹੋ ਜਾਂਦੇ ਆ। ਐਗਜ਼ਾਮਪਲੀ, ਜਿਵੇਂ ਸੰਤ ਸਿੰਘ ਮਸਕੀਨ ਜੀ ਨੇ ਕਾਨਪੁਰ ਗੁਰਦੁਆਰੇ ਵਿੱਚ ਇੱਕ ਵਾਰ ਮੱਥਾ ਟੇਕਣ ਆਏ ਇੱਕ ਮਨੁੱਖ ਨੂੰ ਆਖਿਆ ਕਿ ਤੂੰ ਮੱਥਾ ਟੇਕ ਕੇ ਉਸੇ ਵੇਲੇ ਨਾ ਜਾਇਆ ਕਰ, ਉਦੋਂ ਹੀ ਨਾ ਮੁੜ ਜਾ ਕਰ। ਮੱਥਾ ਟੇਕ ਕੇ 5 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਉਹਨਾਂ ਨੇ ਮਸਕੀਨ ਸਾਹਿਬ ਦੀ ਗੱਲ ਮੰਨ ਕੇ ਉਹ ਰੋਜ਼ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ। ਮੱਥਾ ਟੇਕ ਕੇ ਬੈਠਿਆ ਕਰੇ 5 ਮਿੰਟ, ਵਾਹਿਗੁਰੂ ਵਾਹਿਗੁਰੂ ਜਪਿਆ ਕਰੇ। ਪਹਿਲਾਂ ਉਹ ਮੁੜ ਜਾਂਦਾ ਸੀ ਉਹਦੀ ਮੱਥਾ ਟੇਕ ਕੇ। ਅਸੀਂ ਵੀ ਐਂ ਹੀ ਕਰਦੇ ਹਾਂ। ਮੱਥਾ ਟੇਕਿਆ ਤਾਂ ਜਿੰਨੀ ਜਲਦੀ ਮਰਜ਼ੀ 2 ਮਿੰਟ ਬੈਠ ਜਾਓ, 5 ਮਿੰਟ ਨਾ ਬੈਠੋ। ਤਾਂ ਉਹ ਬੰਦਾ 5 ਮਿੰਟ ਰੋਜ਼ ਬੈਠਣ ਲੱਗ ਗਿਆ ਮੱਥਾ ਟੇਕ ਕੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਿਆ ਕਰੇ ਬੈਠ ਕੇ। ਤਾਂ ਥੋੜੇ ਸਮੇਂ ਬਾਅਦ ਉਸ ਦੀ ਸੁਰਤੀ ਲੱਗਣ ਲੱਗ ਗਈ। ਉਹ ਕੱਪੜੇ ਦੀ ਇੱਕ ਵੱਡੀ ਦੁਕਾਨ ਦਾ ਮਾਲਕ ਸੀ। ਕਾਨਪੁਰ ਵਿੱਚ ਸਾਰੇ ਧਰਮਾਂ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਣ ਕਰਨ ਲੱਗ ਪਏ। 1984 ਦੇ ਦੰਗਿਆਂ ਵੇਲੇ ਜਦੋਂ ਹਿੰਦੂ ਸਿੱਖਾਂ ਦੀਆਂ ਦੁਕਾਨਾਂ ਸਾੜ ਫੂਕ ਰਹੇ ਸਨ, ਜਦੋਂ ਹਿੰਦੂ ਸਿੱਖਾਂ ਦੀਆਂ ਦੁਕਾਨਾਂ ਨੂੰ ਸਾੜ ਫੂਕ ਰਹੇ ਸਨ, ਤਾਂ ਉਸ ਸਿੱਖ ਦੀ ਦੁਕਾਨ ਵਿੱਚ ਬੈਠਿਆਂ ਹੀ ਬਿਰਤੀ ਲੱਗ ਗਈ ਸੀ। ਦੰਗਾਕਾਰੀਆਂ ਨੇ ਉਹਨਾਂ ਨੂੰ ਆਖਿਆ, ਬਾਬਾ ਜੀ ਤੁਸੀਂ ਘਰ ਚਲੇ ਜਾਓ, ਸ਼ਹਿਰ ਵਿੱਚ ਬਹੁਤ ਸਾੜ ਫੂਕ ਹੋ ਰਹੀ ਹੈ। ਉਹਨਾਂ ਨੂੰ ਸੁਣਿਆ ਨਹੀਂ, ਉਹ ਬਿਰਤੀ ਦੇ ਵਿੱਚ ਬੈਠੇ ਸਨ। ਤਾਂ ਦੰਗਾ ਕਰਨ ਵਾਲੇ ਆਪਣੀ ਜੀਪ ਵਿੱਚ ਬੈਠਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਛੱਡ ਕੇ ਆਏ। ਇਸ ਤਰ੍ਹਾਂ ਬਖਸ਼ਿਸ਼ ਵਾਲੇ ਪੁਰਸ਼ਾਂ ਦੇ ਬੋਲ ਜੀਵਾਂ ਨੂੰ ਰੱਬ ਨਾਲ ਜੋੜ ਦਿੰਦੇ ਆ। ਸਾਰੇ ਉਹਨਾਂ ਨੂੰ ਸਤਿਕਾਰ ਕਰਨ ਲੱਗ ਜਾਂਦੇ ਆ ਜੋ ਸਰਮਖੰਡੀ ਹੁੰਦੇ ਹਨ, ਜੋ ਨਾਮ ਦੀਆਂ ਕਮਾਈਆਂ ਕਰਦੇ ਹਨ, ਨਾਮ ਦੀ ਘਾਲਣਾ ਘਾਲਦੇ ਹਨ, ਨਾਮ ਸਿਮਰਨ ਦੀ। ਉਹਨਾਂ ਦੀ ਸੁਰਤ ਬਿਰਤ ਸਭ ਕੁਝ ਸੁੱਚੀ ਤੇ ਪਵਿੱਤਰ ਹੋ ਜਾਂਦੀ ਹੈ ਤੇ ਉਹ ਆਪਣੇ ਮਿੱਠੇ ਬੋਲਾਂ ਦੇ ਨਾਲ ਸਾਰਿਆਂ ਦੇ ਮਨ ਨੂੰ ਮੋਹ ਲੈਂਦੇ ਹਨ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇੱਕੋ ਹੀ ਵਿਸ਼ਰਾਮ ਆਊਗਾ ਇੱਥੇ ਘੜੀਐ ਤੇ। ਤਿੱਥੈ ਘਾੜਤ ਘੜੀਐ ਵਿਸ਼ਰਾਮ ਬਹੁਤ ਅਨੂਪ। ਸੋ ਇਹ ਜਿਹੜਾ ਤਿੱਥੇ ਸ਼ਬਦ ਆ ਰਿਹਾ ਨਾ, ਤਿੱਥੇ ਨਹੀਂ ਬੋਲਣਾ, ਇਹਨੂੰ ਤਿੱਥੈ ਬੋਲਣਾ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ ਵੀ ਜਿੱਥੇ ਵਿਰਾਗੀ ਮਹਾਤਮਾ ਰਹਿੰਦੇ ਹਨ, ਇਹ ਵਿਰਾਗੀ ਪੁਰਸ਼ਾਂ ਦਾ ਦੇਸ਼ ਸਰਮਖੰਡ, ਸਤਸੰਗੀ ਪੁਰਸ਼ਾਂ ਦਾ ਜੋ ਅਭੇਦ ਹੋਏ ਹਨ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਵਿਰਾਗ ਹਰ ਵੇਲੇ ਬਣਿਆ ਰਹਿੰਦਾ ਹੈ। ਸੋ ਉਹਨਾਂ ਦੀ ਅਵਸਥਾ ਹੈ ਤੇ ਉਹਨਾਂ ਦੇ ਰਹਿਣ ਵਾਲਿਆਂ ਦਾ, ਉੱਥੇ ਰਹਿਣ ਵਾਲਿਆਂ ਦਾ ਦੇਸ਼ ਹੈ, ਸਰਮਖੰਡੀਆਂ ਦਾ ਦੇਸ਼।
ਸੋ ਇਸ ਪੰਕਤੀ ਦਾ ਅਰਥ ਹੈ ਤਿੱਥੇ ਘਾੜਤ ਘੜੀਐ ਬਹੁਤ ਅਨੂਪ। ਮੀਨਸ ਜਿੱਥੇ ਵਾਹਿਗੁਰੂ, ਜਿੱਥੇ ਵਿਰਾਗੀ ਮਹਾਤਮਾ ਰਹਿੰਦੇ ਹਨ, ਉੱਥੇ ਸ਼ੁਭ ਗੁਣਾਂ ਦੀ ਘਾੜਤ ਘੜੀ ਜਾਂਦੀ ਹੈ। ਉੱਥੇ ਰਹਿਣੀ, ਬਹਿਣੀ, ਕਹਿਣੀ ਅਤੇ ਸਹਿਣੀ ਦੇ ਸੁੰਦਰ ਤਰੀਕੇ ਸਿਖਾਏ ਜਾਂਦੇ ਹਨ, ਤੇ ਰਹਿਣੀ, ਬਹਿਣੀ, ਕਹਿਣੀ ਦੀ ਸੁੰਦਰ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ। ਐਗਜ਼ਾਮਪਲ, ਜਿਸ ਤਰ੍ਹਾਂ ਜਦੋਂ ਜੰਗਲ ਵਿੱਚੋਂ ਲੱਕੜ ਲਿਆਂਦੀ ਜਾਂਦੀ ਹੈ ਤਾਂ ਉਦੋਂ ਉਹ ਟੇਢੀ ਵਿੰਗੀ ਹੁੰਦੀ ਹੈ। ਫਿਰ ਆਰੇ ਉੱਤੇ ਜਾ ਕੇ ਉਸ ਨੂੰ ਚੀਰ ਕੇ ਸਿੱਧਾ ਕਰ ਦਿੱਤਾ ਜਾਂਦਾ ਹੈ। ਫਿਰ ਮਿਸਤਰੀ ਰੰਦੇ ਨਾਲ ਛਿੱਲ ਕੇ ਹੋਰ ਸਿੱਧੀ ਕਰ ਦਿੰਦਾ ਹੈ। ਫਿਰ ਉਸ ਨੂੰ ਰਗੜ ਕੇ ਸਾਫ਼ ਕੀਤਾ ਜਾਂਦਾ ਹੈ। ਫਿਰ ਪੋਲਿਸ਼ ਕਰਕੇ ਜਾਂ ਉਹ ਪੋਲਿਸ਼ ਹੋ ਕੇ ਸ਼ੋਰੂਮ ਵਿੱਚ ਆ ਜਾਂਦੀ ਹੈ ਉਹ ਲੱਕੜੀ, ਜਿੱਥੇ ਉਹ ਬਹੁਤ ਸੁੰਦਰ ਦਿਖਾਈ ਦਿੰਦੀ ਹੈ ਅਤੇ ਉਸ ਦੀ ਬਹੁਤ ਕੀਮਤ ਪੈ ਜਾਂਦੀ ਹੈ। ਜਦੋਂ ਉਹ ਲੱਕੜ ਜੰਗਲ ਵਿੱਚੋਂ ਆਈ ਸੀ ਉਦੋਂ ਟੇਢੀ ਮੇਢੀ ਸੀ, ਬਟ ਉਸ ਨੂੰ ਕਿੰਨੇ ਥਾਵਾਂ ਵਿੱਚੋਂ ਗੁਜ਼ਰਨਾ ਪਿਆ। ਆਰੇ ਤੇ ਗਈ, ਉਹਨੂੰ ਚੀਰਿਆ ਗਿਆ, ਫਿਰ ਉਸ ਨੂੰ ਚੀਰ ਕੇ ਸਿੱਧਾ ਕੀਤਾ, ਫਿਰ ਮਿਸਤਰੀ ਨੇ ਰੰਦੇ ਦੇ ਨਾਲ ਰਗੜ ਕੇ ਸਾਫ਼ ਕੀਤਾ, ਹੋਰ ਸਿੱਧੀ ਕਰ ਦਿੱਤੀ, ਤੇ ਫਿਰ ਉਸ ਨੂੰ ਪੋਲਿਸ਼ ਕੀਤਾ। ਪੋਲਿਸ਼ ਕਰਨ ਤੋਂ ਬਾਅਦ ਸ਼ੋਰੂਮ ਦੇ ਵਿੱਚ ਆਈ ਤਾਂ ਉਹ ਬਹੁਤ ਸੋਹਣੀ ਲੱਗਣ ਲੱਗ ਗਈ ਤੇ ਉਸ ਦੀ ਕੀਮਤ ਪੈ ਗਈ, ਬਹੁਤ ਕੀਮਤ ਪੈ ਗਈ। ਇਸੇ ਤਰ੍ਹਾਂ ਜਦੋਂ ਬੰਦਾ ਸੰਗਤ ਵਿੱਚ ਆਉਂਦਾ ਹੈ ਤਾਂ ਮਨਮੁਖਤਾ ਦੇ ਨਾਲ ਉਸ ਦੀ ਬੁੱਧੀ ਬਹੁਤ ਟੇਢੀ ਮੇਢੀ ਹੁੰਦੀ ਹੈ ਅਤੇ ਉਹ ਆਪ ਵੀ ਟੇਢਾ ਮੇਢਾ ਹੁੰਦਾ ਹੈ ਤੇ ਸੰਗਤ ਵਿੱਚ ਵੀ ਉਸ ਨੂੰ ਬੈਠਣਾ ਨਹੀਂ ਆਉਂਦਾ, ਇੱਧਰ ਉੱਧਰ ਝਾਕਦਾ ਰਹਿੰਦਾ, ਬੈਠਣ ਨੂੰ ਮਨ ਨਹੀਂ ਕਰਦਾ। ਫਿਰ ਹੌਲੀ ਹੌਲੀ ਰੋਜ਼ ਸੰਗਤ ਕਰਨ ਨਾਲ ਲੱਕੜੀ ਵਾਂਗ ਸਿੱਧਾ ਹੋ ਜਾਂਦਾ ਅਤੇ ਉਸ ਦੇ ਮਨ ਵਿੱਚ ਵੈਰਾਗ ਜਾਗ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਇਸੇ ਤਰ੍ਹਾਂ ਸਤਸੰਗ ਦੇ ਵਿੱਚ ਸਤਸੰਗੀ ਪੁਰਸ਼ਾਂ ਨੂੰ ਤਿੱਥੇ ਘਾੜਤ ਘੜੀਆ, ਉਹਨਾਂ ਨੂੰ ਘੜ ਘੜ ਕੇ ਬਹੁਤ ਅਨੂਪ ਸੁੰਦਰ ਬਣਾਇਆ ਜਾਂਦਾ ਹੈ। ਰੋਜ਼ ਸਾਖੀਆਂ ਸੁਣਾਈਆਂ ਜਾਂਦੀਆਂ, ਰੋਜ਼ ਸਤਸੰਗ ਦੇ ਵਿੱਚ ਗੁਰਬਾਣੀ ਦੇ ਅਰਥ ਹੁੰਦੇ ਆ। ਇਸ ਤਰ੍ਹਾਂ ਦੇ ਨਾਲ ਮਨੁੱਖ ਸੁਣ ਕੇ ਉਹਦੀ ਬੁੱਧੀ ਘੜੀ ਜਾਂਦੀ ਹੈ, ਘੜਿਆ ਜਾਂਦਾ ਹੈ, ਤੇ ਇੱਕ ਦਿਨ ਉਹਦੇ ਬੋਲ, ਉਹਦੀ ਰਹਿਣੀ, ਬਹਿਣੀ, ਕਹਿਣੀ ਸਾਰਾ ਕੁਛ ਹੀ ਬਹੁਤ ਅਨੂਪ ਹੋ ਜਾਂਦਾ ਹੈ, ਬਹੁਤ ਹੀ ਸੋਹਣਾ ਤੇ ਸੁੰਦਰ ਹੋ ਜਾਂਦਾ। ਹਾਂ, ਇਸ ਤਰ੍ਹਾਂ ਤਿੱਥੇ ਸਤਸੰਗ ਦੇ ਵਿੱਚ, ਤਿੱਥੇ ਦਾ ਅਰਥ ਉੱਥੇ ਵੀ ਕਰਦੇ ਹਾਂ ਅਸੀਂ, ਤੇ ਉਹ ਸਰਮਖੰਡ ਦੇ ਵਿੱਚ, ਉੱਥੇ ਸਰਮਖੰਡੀ ਪੁਰਸ਼ ਵਿਰਾਗੀ ਮਹਾਤਮਾ ਸ਼ੁਭ ਗੁਣਾਂ ਦੀ ਘਾੜਤ ਨਾਲ ਘੜੇ ਹੋਏ ਮਾਣ ਪਾਉਂਦੇ ਹਨ, ਸਤਿਕਾਰ ਪਾਉਂਦੇ ਹਨ, ਵਾਸਾ ਕਰਦੇ ਹਨ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਗੱਲਾਂ ਦੇ ਉੱਤੇ ਪਰ ਵਿਸ਼ਰਾਮ ਆਊਗਾ, ਇੱਕ ਵਿਸ਼ਰਾਮ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਇੱਥੇ ਜਿਹੜਾ ਹੈਗਾ ਹੁਣ ਗੱਲਾਂ, ਗੱਗਾ ਲੱਲੇ ਕੰਨਾ ਗੱਲਾਂ। ਹੁਣ ਇੱਥੇ ਨਾ ਬਹੁਤ ਸਾਰੇ ਲੋਕ ਕਹਿ ਵੀ ਦਿੰਦੇ ਆ, ਉਂਝ ਅੱਗੋਂ ਪਿੱਛੋਂ ਕਹੀ ਜਾਣਗੇ ਉੱਥੇ ਬਿੰਦੀ ਨਹੀਂ ਲਾਉਣੀ, ਉੱਥੇ ਬਿੰਦੀ ਨਹੀਂ ਲਾਉਣੀ, ਤਾਂ ਇੱਥੇ ਕਈ ਕਹਿ ਦਿੰਦੇ ਜੀ ਬਿੰਦੀ ਲਾਉਣੀ ਚਾਹੀਦੀ। ਨਹੀਂ, ਜੇ ਕਿਤੇ ਵੀ ਨਹੀਂ ਲਾਉਣੀ ਤੇ ਫਿਰ ਇੱਥੇ ਵੀ ਨਹੀਂ ਲਾਉਣੀ। ਗੱਲਾਂ ਬਣਨਾ ਗੱਲਾਂ ਪੋਲਾ ਜਾ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਦੇਖੋ ਜੇ ਤੁਸੀਂ ਪੋਲਾ ਜਾ ਬੋਲੋਗੇ ਨਾ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਤਾਂ ਸ਼ਬਦ ਗੱਲਾਂ ਸ਼ਬਦ ਆਪਣੇ ਆਪ ਹੀ ਬਣ ਜਾਣਾ। ਤੇ ਜੇ ਉਹਨੂੰ ਚੰਗੀ ਤਰ੍ਹਾਂ ਟਿਕਾ ਕੇ ਸ਼ੋਰਲੀ ਬੋਲਾਂਗੇ, ਲੌਂਗ ਸਾਊਂਡ ਦੇ ਕੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਫਿਰ ਕਥੀਆਂ ਤੇ ਵੀ ਆ ਲਾ ਦਿਆਂਗੇ। ਨਹੀਂ, ਦੋਵਾਂ ਥਾਂ ਤੇ ਬਿੰਦੀ ਨਹੀਂ ਲਾਉਣੀ, ਸੌਫਟਲੀ ਸਮੂਥਲੀ ਸਾਊਂਡ ਦੇਣੀ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਕਥੀਆਂ ਨਾ ਜਾਹੇ, ਇਸ ਤਰ੍ਹਾਂ। ਤਾਂ ਅਰਥ ਉਹਦਾ ਭਾਵੇਂ ਗੱਲਾਂ ਹੀ ਬਣੂਗਾ, ਪਰ ਅਸੀਂ ਪੋਲਾ ਜਿਹਾ ਬੋਲਾਂਗੇ।
ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ, ਗੁਰੂ ਜੀ ਕਹਿੰਦੇ ਹਨ, ਹੇ ਭਾਈ, ਉੱਥੋਂ ਦੀਆਂ ਗੱਲਾਂ ਤੇ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕਹੀਆਂ ਨਹੀਂ ਜਾ ਸਕਦੀਆਂ। ਕਥੀਆ ਮਤਲਬ ਕਹੀਆਂ ਨਹੀਂ ਜਾ ਸਕਦੀਆਂ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕਹਿਣ ਤੋਂ ਬਾਹਰ ਹਨ। ਦੈਨ ਜੇ ਕੋ ਕਹੈ ਪਿੱਛੇ ਪਛਤਾਏ, ਕਹਿ ਤੇ ਵਿਸ਼ਰਾਮ ਆਊਗਾ ਇੱਕੋ ਹੀ। ਜੇ ਕੋ ਕਹੈ ਵਿਸ਼ਰਾਮ, ਪਿੱਛੇ ਪਛਤਾਏ। ਸੋ ਇੱਥੇ ਅਸੀਂ ਪਿੱਛੇ ਬੋਲਣਾ, ਪੱਪੇ ਸਿਹਾਰੀ ਛੱਛੇ ਨੂੰ ਦੋ ਲਾਵਾਂ, ਪਿੱਛੇ ਨਹੀਂ ਬੋਲਣਾ। ਕਈ ਕਹਿੰਦੇ ਆ ਜੇ ਕੋ ਕਹੈ ਪਿੱਛੇ ਪਛਤਾਏ, ਜੇ ਕੋ ਕਹੇ ਪਿੱਛੇ ਪਛਤਾਏ, ਐਵੇਂ ਨਹੀਂ ਬੋਲਣਾ। ਸਹੀ ਉਚਾਰਨ ਜਿਹੜਾ ਹੈਗਾ, ਕਰੈਕਟ ਪ੍ਰੋਨਾਂਸੀਏਸ਼ਨ ਹੈਗੀ ਜੇ ਕੋ ਕਹੈ ਪਿੱਛੇ ਪਛਤਾਏ, ਪਰ ਨੋਰਮਲੀ ਬੋਲਣਾ ਰੂਟੀਨ ਦੇ ਵਿੱਚ ਜੇ ਕੋ ਕਹੈ ਪਿੱਛੇ ਪਛਤਾਏ, ਐਨਾ ਵਿਸ਼ਰਾਮ ਲੈਣਾ ਹੁੰਦਾ। ਇਸ ਦਾ ਅਰਥ ਹੈ, ਅਗਰ ਜੇ ਕੋਈ ਉੱਥੋਂ ਦੀ ਵਿਸ਼ਾਲਤਾ ਤੇ ਮਹਾਨਤਾ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਕਹਿ ਮਤਲਬ ਕਹਿੰਦਾ ਹੈ ਜਾਂ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਪਿੱਛੇ ਪਛਤਾਏ ਮੀਨਸ ਤਾਂ ਉਹ ਮਗਰੋਂ ਪਛਤਾਉਂਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਨਾ 11ਵੀਂ 12ਵੀਂ ਪੌੜੀ ਚ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਉਹੀ ਅਰਥ ਹੈ ਇਹਨਾਂ ਦੋਵਾਂ ਪੰਕਤੀਆਂ ਦਾ, ਅਗਲੀ ਪੰਕਤੀ ਦਾ ਤੇ ਇਹਦਾ ਵੀ। ਇਸ 12ਵੀਂ ਪੌੜੀ ਵਿੱਚ ਵੀ ਗੁਰੂ ਜੀ ਨੇ ਨਾਮ ਮੰਨਣ ਵਾਲਿਆਂ ਦੀ ਸਤਸੰਗੀ ਪੁਰਸ਼ਾਂ ਬਾਰੇ ਲਿਖਿਆ ਸੀ, ਤੇ ਇੱਥੇ ਵੀ ਸਤਸੰਗੀ ਪੁਰਸ਼ਾਂ ਦੀ ਗੱਲ ਚੱਲ ਰਹੀ ਹੈ, ਸਰਮਖੰਡ ਦੀ। ਵੀ ਜੇ ਕੋਈ ਉਸ ਸਰਮਖੰਡ ਦੀ ਵਿਸ਼ਾਲਤਾ ਨੂੰ ਜਾਂ ਨਾਮ ਜਪਣ ਵਾਲਿਆਂ ਦੀ ਸਤਸੰਗੀਆਂ ਦੀ ਮਹਿਮਾ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਸਰਮਖੰਡ ਦੀ ਉੱਥੋਂ ਦੀ ਜੋ ਡਿਟੇਲ ਹੈ, ਉੱਥੋਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਮਗਰੋਂ ਪਛਤਾਉਂਦਾ ਹੈ ਕਿ ਮੈਂ ਹੋਰ ਕਿਉਂ ਨਹੀਂ ਕਹਿ ਸਕਿਆ, ਮੈਂ ਤਾਂ ਥੋੜ੍ਹਾ ਹੀ ਆਖਿਆ ਹਾਲੇ। ਫਿਰ ਪਛਤਾਉਂਦਾ ਰਹਿੰਦਾ, ਆਹ ਵੀ ਕਹਿਣਾ ਸੀ, ਆਹ ਵੀ ਕਹਿਣਾ ਸੀ। ਦੈਨ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਘੜੀਏ ਤੇ ਵਿਸ਼ਰਾਮ ਆਊਗਾ। ਤਿੱਥੈ ਘੜੀਐ ਵਿਸ਼ਰਾਮ, ਸੁਰਤ ਮਤ ਮਨ ਬੁੱਧ, ਇਸ ਤਰ੍ਹਾਂ ਬੋਲਣਾ। ਫਿਰ ਆਪਾਂ ਥੋੜਾ ਜਿਹਾ ਵਿਸ਼ਰਾਮ ਕਿਵੇਂ ਲੈਣਾ ਤੁਹਾਨੂੰ ਦੱਸਦੇ ਹਾਂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਸ ਤਰ੍ਹਾਂ ਬੋਲਣਾ ਇਹਨੂੰ। ਇਹ ਪੰਕਤੀ ਦੇ ਵਿੱਚ 4 ਗੱਲਾਂ ਕੀਤੀਆਂ ਗੁਰੂ ਜੀ ਨੇ, ਸੁਰਤ ਮਤ ਮਨ ਬੁੱਧ। ਦੇਖਣ ਦੇ ਵਿੱਚ ਚਾਰੇ ਇੱਕੋ ਜਿਹੀਆਂ ਲੱਗਦੀਆਂ, ਸੁਰਤ ਮਤ ਮਨ ਬੁੱਧ, ਪਰ ਇਹਨਾਂ ਦੇ ਅਰਥ ਚਾਰਾਂ ਦੇ ਵੱਖਰੇ ਵੱਖਰੇ ਆ। ਜਿਸ ਤਰ੍ਹਾਂ 4 ਬਿਰਤੀਆਂ ਹਨ ਨਾ, ਮਨ ਬੁੱਧੀ ਚਿੱਤ ਹੰਕਾਰ, 4 ਬਿਰਤੀਆਂ ਇਹ ਦੇਖਣ ਦੇ ਵਿੱਚ ਇੱਕੋ ਜਿਹੀਆਂ ਲੱਗਦੀਆਂ ਤੇ ਇਹਦੇ ਅਰਥ ਕਰਨੇ ਔਖੇ ਹੋ ਜਾਂਦੇ। ਮਨ ਬੁੱਧੀ ਚਿੱਤ ਹੰਕਾਰ ਦੀ, ਮਨ ਤੇ ਬੁੱਧੀ ਇੱਕੋ ਹੀ ਚੀਜ਼ ਹੈ। ਜੇ ਨੋਰਮਲੀ ਸਾਡੀ ਸੋਚ, ਜੇ ਆਪਣੀ ਸੋਚ ਦੇ ਨਾਲ ਆਪਾਂ ਦੇਖਾਂਗੇ, ਮਨ ਬੁੱਧੀ ਤੇ ਚਿੱਤ, ਮਨ ਵੀ ਉਹੀ ਹੈ, ਚਿੱਤ ਵੀ ਉਹੀ ਹੈ, ਬੁੱਧੀ ਵੀ ਉਹੀ ਹੈ, ਕੋਈ ਫਰਕ ਤਾਂ ਹੈ ਨਹੀਂ। ਪਰ ਨਹੀਂ, ਇਸੇ ਫਰਕ ਹੈਗਾ ਉਹਨਾਂ ਦੇ ਅਰਥਾਂ ਵਿੱਚ। ਇਸੇ ਤਰ੍ਹਾਂ ਸੁਰਤ ਮਤ ਮਨ ਬੁੱਧ, ਕੀ ਫਰਕ ਹੈ? ਤੇ ਮਤ ਵੀ ਉਹੀ ਹੈ, ਮਨ ਵੀ ਉਹੀ ਹੈ, ਤੇ ਬੁੱਧ ਵੀ ਉਹੀ ਹੈ। ਨਹੀਂ, ਪਰ ਇਹਨਾਂ ਦੀ 4 ਗੱਲਾਂ ਦੀ ਵੱਖਰੀ। ਸੁਰਤ ਦਾ ਅਲੱਗ ਅਰਥ ਹੈ, ਮਤ ਅਲੱਗ, ਮਨ ਅਲੱਗ, ਬੁੱਧ ਅਲੱਗ। ਸੁਰਤ ਮੀਨਸ ਚਿਤਵਨੀ, ਚਿਤਵਨੀ ਮੀਨਸ ਜੋ ਚਿੰਤਾ ਸਾਡੇ ਮਨ ਦੇ ਵਿੱਚ ਹਰ ਵੇਲੇ ਅਸੀਂ ਸੋਚਦੇ ਰਹਿੰਦੇ ਹਾਂ, ਚਿਤਵਨਾ, ਸੋਚਣਾ। ਸੁਰਤ ਮੀਨਸ ਸੋਚੀ ਜਾਣਾ, ਸੋਚੀ ਜਾਣਾ, ਚਿਤਵਨੀ। ਮਤ ਮੀਨਸ ਹੰਕਾਰ। ਮਨ ਮੀਨਸ ਸੰਕਲਪ ਵਿਕਲਪ, ਚੰਗਾ ਮਾੜਾ, ਸੰਕਲਪ ਦੇਣਾ, ਵਿਕਲਪ ਲੈਣਾ। ਮਨ ਦੇ ਵਿੱਚ ਇਹ ਚੀਜ਼ਾਂ ਦੇਰ ਲੈਣ ਦੀਆਂ ਹਰ ਵੇਲੇ ਆਉਂਦੀਆਂ ਰਹਿੰਦੀਆਂ। ਸੰਕਲਪ ਤੇ ਵਿਕਲਪ, ਲੈਣ ਦੇਣ ਦੀਆਂ ਗੱਲਾਂ, ਸੰਕਲਪ ਕਰਨਾ। ਪੁਰਾਣੀਆਂ ਚੀਜ਼ਾਂ, ਪੁਰਾਣੇ ਜ਼ਮਾਨੇ ਸੰਕਲਪ ਕਰਦੇ ਸੀ। ਕਿਸੇ ਚੀਜ਼ ਨੂੰ ਦਾਨ ਦੇਣਾ, ਆਪਣੀ ਜ਼ੁਬਾਨ ਨਾਲ ਕਹਿੰਦੇ ਸੀ ਮੈਂ ਤੈਨੂੰ ਆਹ ਦੇਤੀ। ਫਿਰ ਉਹ ਦਾਨ ਲੈਣ ਵਾਲਾ ਰਿਸ਼ੀ ਮੁਨੀ, ਸਾਧੂ ਸੰਤ ਜਾਂ ਮਨੁੱਖ ਇੱਕ ਸੰਕਲਪ ਕਰਾਉਂਦਾ ਸੀ। ਸੰਕਲਪ ਕਹਿੰਦੇ ਆ ਪਾਣੀ ਦੀ ਚੂੜੀ ਭਰ ਕੇ ਉਹਦੇ ਹੱਥ ਦੇ ਉੱਤੇ ਪਾ ਦੇਣੀ। ਇਹ ਸੰਕਲਪ ਹੁੰਦਾ ਸੀ ਵੀ ਮੈਂ ਸੰਕਲਪ ਕਰ ਲਿਆ, ਪੱਕਾ ਵਾਅਦਾ ਹੋ ਗਿਆ ਮੇਰਾ। ਸੰਕਲਪ ਦੇਣਾ, ਵਿਕਲਪ ਲੈਣਾ।
ਲੈਣ ਦੇਣ ਮਨ ਇਹ ਪਲੱਸ ਮਾਈਨਸ ਵਿੱਚ ਲੱਗਿਆ ਰਹਿੰਦਾ। ਮਨ ਮਤਲਬ ਸੰਕਲਪ ਵਿਕਲਪ। ਬੁੱਧ ਮੀਨਸ ਜੋ ਸੰਸਾਰ ਨੂੰ ਸੱਚਾ ਮੰਨਦੀ ਹੈ ਤੇ ਕਦੇ ਸੰਸਾਰ ਨੂੰ ਝੂਠਾ ਮੰਨਦੀ ਹੈ। ਬੁੱਧੀ ਸਾਡੀ ਇਹ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਤਾਂ ਇਹ ਤਿੱਥੈ ਸਤਸੰਗ ਦੇ ਵਿੱਚ ਸੁਰਤ ਨੂੰ ਘੜਿਆ ਜਾਂਦਾ ਹੈ। ਘੜੀਆ ਸੁਰਤ ਨੂੰ, ਸਾਡੀ ਚਿਤਵਨੀ ਨੂੰ ਟਿਕਾਇਆ ਜਾਂਦਾ। ਘੜਿਆ ਜਾਂਦਾ ਮੀਨਸ ਉਹਨੂੰ ਇੱਕ ਥਾਂ ਤੇ ਟਿਕਾਇਆ ਜਾਂਦਾ, ਉਹਨੂੰ ਇੱਧਰ ਉੱਧਰ ਭੱਜਣ ਨਹੀਂ ਦਿੱਤਾ ਜਾਂਦਾ। ਮਤ ਸਤਸੰਗ ਦੇ ਵਿੱਚ ਸਾਡੀ ਮਤ ਨੂੰ ਹੰਕਾਰ ਰਹਿਤ ਕੀਤਾ ਜਾਂਦਾ ਹੈ। ਮਨ ਸਤਸੰਗ ਦੇ ਵਿੱਚ ਸਾਡੇ ਮਨ ਨੂੰ ਲੈਣ ਦੇਣ ਪਲੱਸ ਮਾਈਨਸ ਖੋਣਾ ਦੇਣਾ ਇਹ ਸਾਰੀਆਂ ਚੀਜ਼ਾਂ ਤੋਂ ਕੰਟਰੋਲ ਕਰਕੇ ਘੜ ਦਿੱਤਾ ਜਾਂਦਾ। ਮਨ ਦਾ ਠਹਿਰਾਓ ਬਣ ਜਾਂਦਾ। ਬੁੱਧ ਜੋ ਸੰਸਾਰ ਨੂੰ ਕਦੀ ਝੂਠਾ ਮੰਨਦੀ ਹੈ ਕਦੀ ਸੱਚਾ ਮੰਨਦੀ ਹੈ, ਤਾਂ ਬੁੱਧੀ ਨੋਰਮਲ ਸੰਸਾਰ ਨੂੰ ਸੱਚਾ ਹੀ ਮੰਨਦੀ ਹੈ। ਕਹਿੰਦੀ ਸੰਸਾਰ ਹੀ ਸਾਰਾ ਕੁਛ ਹੈ। ਉੱਥੇ ਉਹਦੀ ਬੁੱਧੀ ਨੂੰ ਘੜਿਆ ਜਾਂਦਾ ਹੈ ਵੀ ਸੰਸਾਰ ਝੂਠਾ ਹੈ। ਇੱਧਰਲੇ ਪਾਸੋਂ ਕੱਟ ਕੇ ਬੁੱਧੀ ਨੂੰ ਤਾਂ ਨਿਰੰਕਾਰ ਨੂੰ ਸੱਚਾ ਮੰਨਣ ਵਿੱਚ ਲਾਇਆ ਜਾਂਦਾ। ਇਵੇਂ ਇਹਦੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਸੁਰਤ ਮਤ ਮਨ ਬੁੱਧ ਇਹਨਾਂ ਦੇ ਚਾਰਾਂ ਦੇ ਆਪਣੇ ਆਪਣੇ ਕੰਮ ਹੈ ਤੇ ਆਪਣੇ ਆਪਣੇ ਅਰਥ ਹੈ ਇਹਨਾਂ ਦੇ। ਤਾਂ ਗੁਰੂ ਜੀ ਕਹਿੰਦੇ ਵੀ ਉੱਥੇ ਤਾਂ ਸੰਸਾਰ ਦਾ ਗਿਆਨ, ਅੰਦਰ ਦਾ ਗਿਆਨ ਸੁਰਤ ਵਿੱਚ ਲਿਆਂਦਾ ਜਾਂਦਾ। ਜਿਹੜਾ ਅੰਦਰ ਦਾ ਗਿਆਨ ਹੈ, ਜਿਹੜੀ ਚਿਤਵਨੀ ਸਾਡੀ ਸੁਰਤ ਚਿਤਵਨੀ ਵਿੱਚ ਲੱਗੀ ਰਹਿੰਦੀ ਹੈ, ਗੁਰੂ ਜੀ ਕਹਿੰਦੇ ਉੱਥੇ ਉਸ ਸਰਮਖੰਡ ਦੇ ਵਿੱਚ ਅੰਦਰ ਦੇ ਗਿਆਨ ਨੂੰ ਸੁਰਤ ਵਿੱਚ ਲਿਆਇਆ ਜਾਂਦਾ ਹੈ। ਮਤ ਅਕਲ ਨੂੰ ਸਵੈ ਅਭਿਮਾਨ ਵਿੱਚ ਲਿਆਇਆ ਜਾਂਦਾ ਹੈ, ਜਿਸ ਨਾਲ ਵਾਧੇ ਘਾਟੇ ਦੇ ਵਿਚਾਰਾਂ ਤੋਂ ਉੱਚਾ ਉੱਠ ਕੇ ਮਨ ਸਮਝ ਵਿੱਚ ਆ ਜਾਂਦਾ ਹੈ ਜਾਂ ਮਨ ਵਿੱਚ ਸਮਝ ਆ ਜਾਂਦੀ ਹੈ। ਬੁੱਧੀ ਦੀ ਵਿਚਾਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਮੰਨਦੀ ਹੈ। ਅਸੀਂ ਜਿਵੇਂ ਬੁੱਧੀ ਜਿਹੜੀ ਸਾਡੀ ਸੰਸਾਰ ਨੂੰ ਸੱਚਾ ਮੰਨਦੀ ਹੈ, ਪਰ ਸਤਸੰਗ ਦੇ ਵਿੱਚ ਜਾ ਕੇ ਜਾਂ ਉਸ ਖੰਡ ਦੇ ਵਿੱਚ ਸਰਮ ਖੰਡ ਦੇ ਵਿੱਚ ਇਸ ਤਰ੍ਹਾਂ ਸਰਮਖੰਡੀਆਂ ਦੀ ਬੁੱਧੀ ਨੂੰ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਵਿੱਚ ਬਣਾਈ ਜਾਂਦੀ ਹੈ। ਇਸ ਤਰ੍ਹਾਂ ਉੱਥੇ ਸੁਰਤ ਮਤ ਅਤੇ ਬੁੱਧੀ ਨੂੰ ਨਵੇਂ ਸਿਰਿਓਂ ਬਣਾਇਆ ਜਾਂਦਾ ਹੈ। ਜਿਹੜੇ ਜਨਮ ਤੋਂ ਹੀ ਸਤਿਪੁਰਖ ਹੁੰਦੇ ਹਨ, ਜਿਹੜੇ ਬਚਪਨ ਤੋਂ ਹੀ ਭਲੇ ਪੁਰਸ਼ ਬਣ ਜਾਂਦੇ ਹਨ, ਉਹਨਾਂ ਦੀ ਬੁੱਧੀ ਸਰਮਖੰਡ ਵਿੱਚ ਘੜੀ ਹੋਈ ਹੁੰਦੀ ਹੈ। ਉਸ ਸਰਮਖੰਡ ਦੇ ਵਿੱਚ ਸਾਡੀ ਬੁੱਧੀ ਨੂੰ, ਸਾਡੀ ਮਤ ਨੂੰ, ਸਾਡੇ ਮਨ ਨੂੰ ਘੜਿਆ ਜਾਂਦਾ ਹੈ। ਦੈਨ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤਿੱਥੈ ਇੱਕੋ ਵਿਸ਼ਰਾਮ ਹੈ ਇੱਥੇ ਘੜੀਐ ਦੇ ਉੱਪਰ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਇਸ ਤਰ੍ਹਾਂ ਤਿੱਥੈ ਘੜੀਐ ਵਿਸ਼ਰਾਮ ਸੁਰਾ ਸਿੱਧਾ ਕੀ ਸੁਧ। ਸੁਰਾ ਸਿੱਧਾ ਕੀ ਸੁਧ ਇਕੱਠਾ ਸ਼ਬਦ ਹੈ ਤੇ ਘੜੀਐ ਥੋੜਾ ਰੁਕਣਾ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਹੁਣ ਸੁਰਾ ਦਾ ਅਰਥ ਹੈ ਦੇਵਤਿਆਂ, ਪਵਿੱਤਰ ਪੁਰਸ਼ਾਂ ਦੀ, ਦੇਵਤਿਆਂ ਦੀ ਤੇ ਪਵਿੱਤਰ ਪੁਰਸ਼ਾਂ ਦੀ। ਸਿੱਧਾ ਮੀਨਸ ਕਰਾਮਾਤੀ ਪੁਰਸ਼ਾਂ ਦੀ। ਤਿੱਥੈ ਮੀਨਸ ਉੱਥੇ ਵੀ ਉਸ ਸਰਮਖੰਡ ਦੇ ਵਿੱਚ ਉੱਥੇ ਦੇਵਤਿਆਂ ਅਤੇ ਪਵਿੱਤਰ ਪੁਰਸ਼ਾਂ ਦੀ, ਕਰਾਮਾਤੀ ਸਿੱਧ ਜੋਗੀਆਂ ਦੀ ਨਵੇਂ ਸਿਰਿਓਂ ਸੁਧਾਈ ਹੁੰਦੀ ਹੈ। ਜਿਹੜੇ ਪਹਿਲਾਂ ਤੋਂ ਹੀ ਪਵਿੱਤਰ ਤੇ ਦਿਮਾਗੀ ਹਨ, ਸੁਰਤ ਨੂੰ ਟਿਕਾਉਣ ਵਾਲੇ ਹਨ, ਕਹਿੰਦੇ ਸਰਮਖੰਡ ਦੇ ਵਿੱਚ ਫੇਰ ਦੁਬਾਰਾ ਉਹਨਾਂ ਦੇਵਤਿਆਂ ਤੇ ਪਵਿੱਤਰ ਪੁਰਸ਼ਾਂ ਦੀ, ਸਿੱਧਾਂ ਜੋਗੀਆਂ ਦੀ ਨਵੇਂ ਸਿਰਿਓਂ ਸੁਧਾਈ ਕੀਤੀ ਜਾਂਦੀ ਹੈ। ਜਿਵੇਂ ਕਈ ਵਾਰ ਜਾਂ ਕਦੇ-ਕਦੇ ਅਵਸਥਾ ਵਿੱਚ ਪਹੁੰਚੇ ਪੁਰਸ਼ਾਂ ਦੇ ਮਨ ਵਿੱਚ ਵੀ ਜੀਵਨ ਦੇ ਅੰਤਲੇ ਸਮੇਂ ਵਿੱਚ ਕਈ ਸੁੱਖਾਂ ਦੀਆਂ ਇੱਛਾਵਾਂ ਜਾਗ ਪੈਂਦੀਆਂ। ਐਗਜ਼ੈਂਪਲੀ
ਵੀ ਜਿਹੜੀ ਸੁਰਤ ਆ ਭਾਵੇਂ ਸ਼ੁੱਧ ਤੇ ਪਵਿੱਤਰ ਵੀ ਹੋਵੇ, ਪਰ ਉਸ ਨੂੰ ਵੀ ਘੜਨ ਦੀ ਲੋੜ ਹੈ। ਤੇ ਇਹ ਉੱਥੇ ਇਹ ਪਵਿੱਤਰ ਪੁਰਸ਼ਾਂ ਦੀ ਸੁਰਤ ਘੜੀ ਜਾਂਦੀ ਹੈ। ਕਿਵੇਂ ਘੜੀ ਜਾਂਦੀ ਆ ਵੀ ਕਦੇ ਕਦੇ ਜਾਂ ਅਸੀਂ ਦੇਖਦੇ ਹਾਂ ਜਾਂ ਕਦੇ ਕਦੇ ਪਹੁੰਚੇ ਹੋਏ ਪੁਰਸ਼ਾਂ ਦੇ ਮਨ ਵਿੱਚ ਵੀ ਜੀਵਨ ਦੇ ਅੰਤਲੇ ਸਮੇਂ ਵਿੱਚ ਕਈ ਸੁੱਖਾਂ ਦੀਆਂ ਇੱਛਾਵਾਂ ਜਾਗ ਪੈਂਦੀਆਂ, ਤਾਂ ਉਹ ਨਾ ਤਾਂ ਸੱਚਖੰਡ ਵਿੱਚ ਜਾ ਸਕਦੇ ਹਨ ਫਿਰ, ਅਤੇ ਨਾ ਹੀ ਵਾਹਿਗੁਰੂ ਉਹਨਾਂ ਨੂੰ 84 ਲੱਖ ਜੂਨ ਵਿੱਚ ਪਾਉਂਦਾ ਹੈ। ਵਾਹਿਗੁਰੂ ਸਿਰਫ ਉਹਨਾਂ ਨੂੰ ਇੱਕ ਮਾਤਰ ਮਨੁੱਖੀ ਜਾਮੇ ਦਾ ਮੌਕਾ ਦਿੰਦਾ। 84 ਲੱਖ ਜੂਨ 'ਚ ਨਹੀਂ ਜਾਂਦੇ। ਜੇ ਭਟਕ ਵੀ ਗਏ ਆਪਣੇ ਆਸ਼ੇ ਤੋਂ, ਉਹਨਾਂ ਦੇ ਮਨ ਵਿੱਚ ਅੰਤ ਸਮੇਂ ਇਹੋ ਜਿਹਾ ਵਿਚਾਰ ਆ ਗਿਆ ਇੱਛਾਵਾਂ ਦਾ, ਸੁੱਖਾਂ ਦਾ, ਤਾਂ ਉਹ ਸੱਚਖੰਡ ਨਹੀਂ ਜਾਂਦੇ। ਉਹਨਾਂ ਦੀ ਸੁਰਤੀ ਬਿਰਤੀ ਭਟਕ ਜਾਂਦੀ ਹੈ। ਤਾਂ ਪਰ ਪ੍ਰਮਾਤਮਾ ਉਹਨਾਂ ਨੂੰ 84 ਲੱਖ ਜੂਨ ਵਿੱਚ ਵੀ ਨਹੀਂ ਪਾਉਂਦਾ, ਭਟਕਾਉਂਦਾ ਨਹੀਂ ਗਾ ਜੂਨਾਂ ਵਿੱਚ। ਵਾਹਿਗੁਰੂ ਉਹਨਾਂ ਨੂੰ ਇੱਕ ਮਾਤਰ ਮਨੁੱਖੀ ਜਾਮੇ ਦਾ ਮੌਕਾ ਦੇ ਕੇ ਉਹ ਸੁੱਖ ਭੁਗਾ ਦਿੰਦਾ ਜੋ ਉਹਨਾਂ ਨੇ ਸੋਚਿਆ ਹੁੰਦਾ। ਜੇ ਰਾਜ ਸੁੱਖ ਦੀ ਇੱਛਾ ਹੋਈ ਤਾਂ ਸੰਸਾਰ ਵਿੱਚ ਰਾਜਾ ਬਣਾ ਦਿੱਤਾ, ਤਾਂ ਕਿ ਰਾਜ ਸੁੱਖ ਦਾ ਆਨੰਦ ਲੈ ਸਕੇ। ਅਤੇ ਜੇ ਵਿਕਾਰਾਂ ਦੀ ਇੱਛਾ ਹੋਈ ਤਾਂ ਦੇਵਲੋਕ ਭੇਜ ਦਿੱਤਾ, ਤੇ ਦੇਵਲੋਕ ਭੇਜ ਕੇ ਦੇਵਤਾ ਬਣਾਤਾ, ਤਾਂ ਕਿ ਉਹ ਪਰੀਆਂ ਤੇ ਹੂਰਾਂ ਨਾਲ ਮਿਲ ਕੇ ਵਿਸ਼ੇ ਵਿਕਾਰ ਭੋਗ ਸਕੇ। ਜੇ ਉਹ ਦੇਵਲੋਕ ਜਾਂ ਮਾਤਲੋਕ ਵਿੱਚ ਰਹਿ ਕੇ ਸੁੱਖ ਭੋਗਦਿਆਂ ਵੀ ਨਾਮ ਸਿਮਰਨ ਵਿੱਚ ਲੱਗਿਆ ਰਹਿੰਦਾ, ਯਾਨੀ ਦੇਵਲੋਕ ਦੇ ਤੇ ਮਾਤਲੋਕ ਦੇ, ਜੇ ਉਹ ਆਤਮਾ ਦੇਵਲੋਕ ਵਿੱਚ ਰਹਿ ਕੇ, ਮਾਤਲੋਕ ਵਿੱਚ ਰਹਿ ਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਸੁੱਖ ਭੋਗਦਿਆਂ ਵੀ ਨਾਮ ਸਿਮਰਨ ਵਿੱਚ ਲੱਗਿਆ ਰਹਿੰਦਾ ਹੈ, ਤਾਂ ਉਹ ਉਹਨਾਂ ਸੁੱਖਾਂ ਨੂੰ ਭੋਗ ਕੇ ਸੱਚਖੰਡ ਦਾ ਵਾਸੀ ਹੋ ਜਾਂਦਾ। ਬਟ ਜੇ ਉਹ ਦੇਵਲੋਕ ਵਿੱਚ ਰਹਿ ਕੇ ਪਰੀਆਂ ਦੇ ਵਿਕਾਰਾਂ ਵਿੱਚ ਲੱਗ ਜਾਂਦਾ, ਜਾਂ ਮਾਤਲੋਕ ਵਿੱਚ ਰਾਜਾ ਬਣ ਕੇ ਵਿਸ਼ੇ ਵਿਕਾਰਾਂ ਵਿੱਚ ਮਸਤ ਹੋ ਕੇ ਰੱਬ ਨੂੰ ਭੁੱਲ ਜਾਂਦਾ, ਤੇ ਰਾਜ ਤੇ ਪਾਪ ਕਰਮਾਂ ਨੂੰ ਕਮਾ ਕੇ ਪਾਪੀ ਬਣ ਜਾਂਦਾ, ਤੇ ਫਿਰ ਉਹ ਨਰਕਵਾਸੀ ਹੋ ਜਾਂਦਾ। ਜਿਵੇਂ ਕਹਿੰਦੇ ਹਨ ਨਾ, ਪੁਰਾਣੀ ਅਖਾਣ ਹੈ, ਕਹਿੰਦੇ ਹੁੰਦੇ ਤਪੋਂ ਰਾਜ ਰਾਜੋ ਨਰਕ, ਵੀ ਤਪ ਕਰਕੇ ਜੀਵ ਰਾਜਾ ਬਣਦਾ ਤੇ ਰਾਜਾ ਬਣ ਕੇ ਨਰਕਾਂ ਨੂੰ ਜਾਂਦਾ। ਇਸ ਤਰ੍ਹਾਂ ਦੇਵਤੇ ਅਤੇ ਰਾਜੇ ਬਣਦੇ ਹਨ। ਜਿਹੜੇ ਦੇਵਤੇ ਤੇ ਰਾਜੇ ਬਣਦੇ ਹਨ ਉਹ ਇਸ ਤਰ੍ਹਾਂ ਹੀ ਬਣਦੇ ਹਨ ਕਿ ਜੇ ਕਦੇ ਉਹਨਾਂ ਦੀ ਤਪ ਕਰਦਿਆਂ, ਭਜਨ ਬੰਦਗੀ ਕਰਦਿਆਂ ਅੰਤ ਵੇਲੇ ਸੁਰਤ ਧੋਖਾ ਖਾ ਗਈ ਜਾਂ ਧੋਖਾ ਦੇ ਗਈ, ਸਲਿੱਪ ਹੋ ਗਈ, ਉਹਨਾਂ ਦੀ ਵਿਸ਼ੇ ਵਿਕਾਰਾਂ ਵਿੱਚ ਸੁਰਤ ਚਲੀ ਗਈ ਅੰਤ ਸਮੇਂ, ਤਾਂ ਫਿਰ ਉਹ ਜਾਂ ਦੇਵਤਾ ਬਣਦਾ ਜਾਂ ਫਿਰ ਰਾਜਾ ਬਣਦਾ। ਤਾਂ ਗੁਰੂ ਜੀ ਕਹਿੰਦੇ, ਪਰ ਜਿਹੜੀ ਸਰਮਖੰਡ ਹੈ ਉਸ ਦੇਸ਼ ਦੇ ਵਿੱਚ, ਉੱਥੇ ਦੇਵਤਿਆਂ ਦੀ ਵੀ ਅਤੇ ਸਤਿਪੁਰਸ਼ਾਂ ਦੀ ਵੀ ਮੱਤ ਫਿਰ ਤੋਂ ਸ਼ੁੱਧ ਕੀਤੀ ਜਾਂਦੀ ਹੈ। ਜਿਵੇਂ ਐਗਜ਼ਾਮਪਲੀ ਸਮਝਣ ਵਾਸਤੇ, ਅਸੀਂ ਅੰਮ੍ਰਿਤ ਛਕਣ ਜਾਂਦੇ ਹਾਂ ਨਾ, ਜਦੋਂ ਅੰਮ੍ਰਿਤ ਛਕਦੇ ਹਾਂ ਤਾਂ ਉੱਥੇ ਸਾਡੀ ਸੁਧਾਈ ਕੀਤੀ ਜਾਂਦੀ ਆ। ਸਾਨੂੰ ਪੰਜ ਪਿਆਰੇ ਇਕੱਲੇ ਇਕੱਲੇ ਨੂੰ ਬੁਲਾ ਕੇ ਪੁੱਛਦੇ ਆ, ਕੋਈ ਕਰੈਤ ਕੀਤੀ, ਕੋਈ ਪਾਪ ਕੀਤਾ, ਅੰਮ੍ਰਿਤ ਕਿਉਂ ਛਕਦੇ ਹੋ? ਕਿਸੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਤਾਂ ਨਹੀਂ ਛਕਦੇ, ਆਪਣੀ ਮਰਜ਼ੀ ਨਾਲ ਛਕ ਰਹੇ ਹੋ। ਬਟ ਜਿਹੜੇ ਸਾਨੂੰ ਪੁੱਛ ਰਹੇ ਹੁੰਦੇ ਆ ਉਹਨਾਂ ਦੀ ਵੀ ਸੁਧਾਈ ਹੁੰਦੀ ਹੈ। ਤਿੱਥੇ ਘੜੀ ਹੈ ਸੁਰਾਂ ਸਿੱਧਾ ਕੀ ਸੁੱਧ, ਮਤਲਬ ਪਵਿੱਤਰ ਪੁਰਸ਼ਾਂ ਦੀ ਵੀ ਸੁਧਾਈ ਹੁੰਦੀ ਹੈ। ਜਿਵੇਂ ਐਗਜ਼ਾਮਪਲੀ ਪੰਜ ਪਿਆਰਿਆਂ ਨੂੰ ਵੀ ਸੋਧਿਆ ਜਾਂਦਾ। ਉੱਥੇ ਗ੍ਰੰਥੀ ਸਿੰਘ ਜਿਹੜਾ ਦਰਬਾਰ ਹਜ਼ੂਰੀ ਵਿੱਚ ਬੈਠਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਵਾਰੀ ਵਾਰੀ ਪੰਜਾਂ ਪਿਆਰਿਆਂ ਨੂੰ ਕੱਲੇ ਕੱਲੇ ਬੁਲਾ ਕੇ ਪੁੱਛਦਾ ਹੈ, ਉਹਨਾਂ ਦੀ ਸੁਧਾਈ ਕਰਦਾ। ਜੀ ਤੁਸੀਂ ਪੰਜ ਪਿਆਰਿਆਂ ਵਿੱਚ ਸੇਵਾ ਕਰਨ ਲੱਗੇ ਹੋ, ਤੁਸੀਂ ਕੋਈ ਕਰੈਤ ਤਾਂ ਨਹੀਂ ਕੀਤੀ? ਸਰੀਰ ਕਰਕੇ, ਮਨ ਕਰਕੇ ਕੋਈ ਕਰੈਤ ਕੀਤੀ? ਪੰਜਾਂ ਬਾਣੀਆਂ ਦੇ ਪਰਪੱਕ ਨਿਤਨੇਮੀ ਹੋ? ਤੁਸੀਂ ਗੁਰੂ ਦੇ ਦੱਸੇ ਮਾਰਗ ਦੇ ਅਨੁਸਾਰ ਚੱਲਦੇ ਹੋ? ਉਹਨਾਂ ਨੂੰ, ਕਿਉਂਕਿ ਪੰਜ ਪਿਆਰੇ ਆਲਰੇਡੀ ਪਹਿਲਾਂ ਤੋਂ ਸ਼ੁੱਧ ਆ, ਉਹ ਤਾਂ ਗੁਰੂ ਜੀ ਦੇ ਪੰਜ ਪਿਆਰੇ ਸਾਨੂੰ ਅੰਮ੍ਰਿਤ ਦੀ ਦਾਤ ਬਣਾ ਕੇ ਦੇਣ ਲੱਗੇ ਆ। ਬਟ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਉਹਨਾਂ ਦੀ ਵੀ ਸੁਧਾਈ ਕੀਤੀ ਜਾਂਦੀ ਆ।
ਇਸ ਤਰ੍ਹਾਂ ਉਸ ਖੰਡ ਦੇ ਵਿੱਚ, ਸਰਮ ਖੰਡ ਦੇ ਵਿੱਚ ਦੇਵਤਿਆਂ ਦੀ ਗੁਰੂ ਸਾਹਿਬ ਜੀ ਕਹਿੰਦੇ ਤਿੱਥੈ ਮੀਨ ਤੇ ਉੱਥੇ ਦੇਵਤਿਆਂ ਦੀ ਤੇ ਸਤਿਪੁਰਸ਼ਾਂ ਦੀ ਵੀ ਫਿਰ ਤੋਂ ਸੁਧਾਈ ਕੀਤੀ ਜਾਂਦੀ ਹੈ, ਸ਼ੁੱਧ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਤੱਕ ਆਪਾਂ 36 ਪੌੜੀਆਂ, ਇਹ 36ਵੀਂ ਪੌੜੀ ਦੇ ਅਰਥ ਤੇ ਇਸ 36ਵੀਂ ਪੌੜੀ ਦੇ ਵਿੱਚ ਸਰਮਖੰਡ ਦਾ ਵਰਣਨ ਕੀਤਾ ਗਿਆ। ਸਰਮਖੰਡ, ਸੋ ਸਰਮਖੰਡ ਦੇ ਅਰਥ ਅਸੀਂ ਸੁਣੇ ਹਨ ਤੀਜੇ ਖੰਡ ਦੇ। ਸੋ ਇਸ ਤੋਂ ਅੱਗੇ ਆਪਾਂ ਅਗਲੀ ਪੌੜੀ ਦੇ ਅਰਥ ਉਚਾਰਨ ਵਿਸ਼ਰਾਮ ਵਿਦ ਐਗਜ਼ਾਮਪਲਸ ਅਸੀਂ ਅਗਲੇ ਪਾਰਟ ਦੇ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।